ਗਾਉਣ ਨੂੰ ਕੁਛ ਰਿਹਾ ਹੀ ਨਹੀਂ ਹੈ। ਮਤਲਬ ਉਜੜਿਆ ਪੰਜਾਬ, ਮੈਂ ਤਾਂ ਕਹਿੰਦਾ ਹੁੰਦਾ, ਲੋਕ ਕਹਿੰਦੇ ਉਜੜੂਗਾ, ਇਹ ਪੰਜਾਬ ਉਜੜ ਚੁੱਕਿਆ। ਸਕੂਲਾਂ 'ਚ ਪੜ੍ਹਾਇਆ ਜਾਂਦਾ ਸੱਚ ਬੋਲੋ, ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਸੱਚ ਬੋਲੋ, ਪਰ ਸੱਚ ਬੋਲਣ ਦੀ ਸਜ਼ਾ ਜੇ ਇਹ ਮਿਲਣੀ ਹੈ, ਕਿਵੇਂ ਕੋਈ ਸੱਚ ਬੋਲੇਗਾ? ਮੈਂ ਅੱਗੇ ਵੀ ਇੱਕ ਮੁੰਡੇ ਉਹ ਜਿਹੜਾ ਹੈਗਾ ਤਰਨ ਵਾਲਾ, ਉਹਦੇ ਮਤਲਬ ਹਰੀਕੇ ਵਾਲੇ ਸੱਚ ਉਹਦੇ ਹੱਕ 'ਚ ਬੋਲਿਆ ਸੀ ਤੇ ਮੇਰੇ ਤੇ ਕੇਸ ਰਜਿਸਟਰ ਹੋ ਗਿਆ ਸੀ। ਵੱਡੀ ਮਛਲੀ ਕਿਉਂ ਨਹੀਂ ਫੜੀ ਗਈ? ਸਿਸਟਮ ਸਾਡਾ ਫੇਲ ਹੈ, ਹਰ ਪਾਰਟ ਤੇ ਫੇਲ ਹੈ ਸੀ। ਜਿਹੜਾ ਡਿਪਾਰਟਮੈਂਟ ਐਕਸਾਈਜ਼ ਦਾ ਉਹ ਸੀਐਮ ਸਾਹਿਬ ਦੇ ਅੰਡਰ ਹੈ, ਸੀਐਮ ਸਾਹਿਬ ਦੇ ਅੰਡਰ ਸਾਰਾ ਸਿਸਟਮ ਹੈਗਾ। ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਕਹਿਣ ਦੀਆਂ ਗੱਲਾਂ ਹੈਗੀਆਂ, ਅੱਜ ਤੱਕ ਕਿਹਦੇ ਤੇ ਕਾਰਵਾਈ ਹੋਈ ਹੈ ਤੇ ਗਾਂ ਕਿਹਦੇ ਤੇ ਹੋਊਗੀ, ਇਹ ਸਭ ਕਹਿਣ ਦੀਆਂ ਗੱਲਾਂ। ਜੇ ਮੈਂ ਚੁੱਪ ਰਹਿੰਦਾ ਤਾਂ ਕੋਈ ਦਿੱਕਤ ਨਹੀਂ ਸੀ। ਜਦੋਂ ਮੇਰੀ ਨਹੀਂ ਸੁਣਵਾਈ ਕੀਤੀ, ਫਿਰ ਮੈਂ ਜਦੋਂ ਆਪਣਾ ਬੋਲਿਆ ਤੇ ਫਿਰ ਮੈਨੂੰ ਸਸਪੈਂਡ ਕਰਕੇ ਇਹਨਾਂ ਨੇ ਇਸ ਪਾਸੇ ਤੋਰਿਆ। ਕੁਝ ਮੁਲਾਜ਼ਮ ਨੇ ਜੋ ਬੜੇ ਸਮਾਜ ਸੇਵਾ ਕਰ ਰਹੇ ਨੇ, ਤੇ ਤੁਸੀਂ ਜਿਹੜੀ ਹੁਣ ਪੰਜਾਬੀਅਤ ਦੀ ਗੱਲ ਕਰ ਰਹੇ ਹੋ, ਸੇਖੋਂ ਸਾਹਿਬ ਨੇ ਕਦੇ ਸੋਚਿਆ ਨਹੀਂ ਕਿ ਮੈਂ ਵੀ ਉਹਨਾਂ ਦੀ ਤਰ੍ਹਾਂ ਸਮਾਜ ਸੇਵਾ ਕਰਾਂ? ਕਿ ਲੋਕ ਐਨਆਰਆਈਆਂ ਤੋਂ ਪੈਸੇ ਇਕੱਠੇ ਕਰਨੇ ਤੇ ਇੱਥੇ ਆ ਕੇ ਲੋਕਾਂ ਦੇ ਕੰਮ ਕਰਨੇ, ਇਹ ਗਲਤ ਗੱਲ ਹੈ। ਇਹ ਅਸੀਂ ਇੱਕ ਹੋਰ ਆਪਣੇ ਪੰਜਾਬ ਸਟੇਟ ਨੂੰ ਮਤਲਬ ਭਿਖਾਰੀ ਬਣਾ ਰਹੇ ਹਾਂ। ਤਾਂ ਮਤਲਬ ਇਹਦਾ ਹੋਰ ਫਾਇਦਾ ਤਾਂ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ। ਪੁਲਿਸ ਦਾ ਬੇੜਾ ਜਿਹੜਾ ਗਰਕ ਪਹਿਲਾਂ ਹੋਇਆ ਹੋਇਆ, ਜਿਹੜਾ ਬਾਕੀ ਦਾ ਰਹਿੰਦਾ ਹੁੰਦਾ ਉਹ ਵੀ ਹੋ ਜਾਊਗਾ। ਕਿ ਸਿੱਧੂ ਮੂਸੇਵਾਲੇ ਦਾ ਇਸ਼ੂ ਉੱਠਿਆ ਜੀ, ਤੇ ਕਹਿੰਦੇ ਇੱਕ ਡੀਐਸਪੀ ਦੇ ਬੇਟੇ ਦਾ ਨਾਮ ਵਿੱਚ ਆਇਆ, ਜਿਸ ਕਰਕੇ ਪੁਲਿਸ ਇਸ ਮਾਮਲੇ ਨੂੰ ਦਬਾ ਰਹੀ ਹੈ। ਮੂਸੇ ਵਾਲਾ ਹੈ, ਯੰਗ ਬੋਏ, ਬੱਚਾ ਹੈ, ਬਹੁਤੀ ਇਹਦੀ ਉਮਰ ਨਹੀਂ ਹੈਗੀ। ਇਹਦੇ ਬਾਰੇ ਇਹ ਪਤਾ ਲੱਗਿਆ ਕਿ ਇਹ ਬੰਦਾ ਵੀ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੋਇਆ। ਇਸ ਬੰਦੇ ਨੂੰ ਮਤਲਬ ਇਹ ਕੇਸਾਂ ਦੇ ਵਿੱਚ ਇਸ ਕਰਕੇ ਹੀ ਉਲਝਾਇਆ ਗਿਆ ਕਿ ਇਹਨੂੰ ਵਰਤਿਆ ਜਾਵੇ। ਅਸੀਂ ਪੰਜਾਬੀ ਅੱਜ ਦੀ ਡੇਟ ਵਿੱਚ ਤਾਂ ਬਸ ਇਹੀ ਮਾਣ ਕਰ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਇੱਕ ਪ੍ਰਾਪਤੀ ਹੈ ਕਿ ਅਸੀਂ ਪੰਜਾਬੀ ਕਹਿ ਸਕਦੇ ਹਾਂ ਕਿ ਸਾਡੇ ਨਾਨਕੇ ਪਾਕਿਸਤਾਨ 'ਚ ਵੀ ਅੱਜ ਕੱਲ੍ਹ। ਸਮੇਂ ਦੀਆਂ ਸਰਕਾਰਾਂ ਨੂੰ ਜਿਸ ਵੀ ਬੰਦੇ ਨੇ ਸੱਚ ਦਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਬੰਦੇ ਨੂੰ ਜਾਂ ਤਾਂ ਖੁੱਡੇ ਲਾਈਨ ਲਾ ਦਿੱਤਾ ਗਿਆ ਜਾਂ ਫਿਰ ਦਬਾ ਦਿੱਤਾ ਗਿਆ। ਤਾਂ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਸੱਚ ਦਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਸਾਰੇ ਵਿਧਾਇਕ ਸਣੇ ਵਜ਼ੀਰ ਲੱਗੇ ਨੇ ਕਿ ਕਿਵੇਂ ਬਾਜਵਾ ਸਾਹਿਬ ਦੇ ਦੁੱਲੋਂ ਸਾਹਿਬ ਕਾਂਗਰਸ ਦੇ ਵਿੱਚੋਂ ਬਾਹਰ ਹੋਣ। ਇਹੀ ਕੁਝ ਹੋਇਆ ਸੀ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਸੇਵਾਵਾਂ ਦੇ ਰਹੇ ਬਲਵਿੰਦਰ ਸੇਖੋਂ ਦੇ ਨਾਲ। ਸਾਡੇ ਨਾਲ ਇਸ ਵੇਲੇ ਸੇਖੋਂ ਸਾਹਿਬ ਮੌਜੂਦ ਨੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸੇਖੋਂ ਸਾਹਿਬ, ਬਹੁਤ ਸਵਾਗਤ ਹੈ ਦ ਖਬਰਸਾਰ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸੇਖੋਂ ਸਾਹਿਬ, ਤੁਸੀਂ ਜੋ ਪੰਜਾਬ ਦੇ ਤਾਜ਼ਾ ਹਾਲਾਤ ਨੇ, ਜੋ ਕੁਝ ਹੋ ਰਿਹਾ ਹੈ, ਤੁਸੀਂ ਦੇਖ ਰਹੇ ਹੋ। ਸੋਸ਼ਲ ਮੀਡੀਆ ਤੇ ਤੁਸੀਂ ਬੜਾ ਐਕਟਿਵ ਰਹਿੰਦੇ ਹੋ, ਫੇਸਬੁੱਕ ਪੇਜ ਦੇ ਆਪਣੇ ਤੇ। ਬਾਜਵਾ ਸਾਹਿਬ ਨੇ ਕੋਸ਼ਿਸ਼ ਕੀਤੀ ਵੀ ਸੱਚ ਬੋਲਿਆ ਜਾਵੇ, ਹੁਣ ਕੋਸ਼ਿਸ਼ਾਂ ਨੇ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਕੀ ਕਾਰਨ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਸੱਚ ਬੋਲਣ ਵਾਲੇ ਲੋਕਾਂ ਦਾ ਹਸ਼ਰ ਹੋ ਰਿਹਾ ਹੈ, ਉਹ ਦੇਖ ਕੇ ਕੋਈ ਵੀ ਬੰਦਾ ਸੱਚ ਬੋਲਣ ਦੀ ਕੋਸ਼ਿਸ਼ ਨਹੀਂ ਕਰੂੰਗਾ? ਇਸ ਤਰ੍ਹਾਂ ਜੀ, ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਦੋ ਮੈਸੇਜ ਜਿਹੜੇ ਹੈਗੇ ਆ, ਸ਼ੁਰੂ ਕਰਨ ਲੱਗਿਆ ਵੀ ਕਹੂੰਗਾ ਤੇ ਖ਼ਤਮ ਕਰਨ ਲੱਗਿਆ ਵੀ ਕਰੂੰਗਾ। ਜਦੋਂ ਵੀ ਮੈਂ ਹੁਣ ਗੱਲ ਕਰ ਰਿਹਾ ਤਾਂ ਮੈਂ ਦੋ ਮੈਸੇਜ ਦੇਣੇ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬੀ ਬਣ, ਕਾਂਗਰਸੀ, ਅਕਾਲੀ ਜਾਂ ਕਿਸੇ ਵੀ ਹੋਰ ਪਾਰਟੀ ਨੂੰ ਬਿਲੋਂਗ ਬਾਅਦ ਵਿੱਚ ਕਰਨ, ਪਹਿਲਾਂ ਪੰਜਾਬੀ ਬਣ। ਤੇ ਦੂਸਰਾ ਜਿਹੜਾ ਸ਼ਰਾਬ ਜਿਹੜੀ ਹੈਗੀ ਹੈ ਜ਼ਹਿਰ ਦੇ ਰੂਪ ਵਿੱਚ ਪਈ ਹੈ ਪੰਜਾਬ ਦੇ ਠੇਕਿਆਂ ਤੇ, ਇਹਨੂੰ ਪੀਣਾ ਬੰਦ ਕਰਨ ਤੇ ਆਪਣੀ ਜਾਨ ਬਚਾਉਣ। ਹਾਂ, ਅਗਲੀ ਗੱਲ ਤੁਹਾਡੀ ਜਿਹੜੀ ਦੁੱਲੋ ਸਾਹਿਬ ਬਾਰੇ ਜਾਂ ਬਾਜਵਾ ਸਾਹਿਬ ਬਾਰੇ ਤੁਸੀਂ ਕੀਤੀ ਹੈ, ਉਹ ਠੀਕ ਹੈ। ਤੁਸੀਂ ਉਹਨਾਂ ਨੇ ਤਾਂ ਹੁਣ ਸਟਾਰਟ ਕੀਤੀ ਗੱਲ, ਤੁਸੀਂ ਮੈਨੂੰ 2 ਸਾਲ ਤੋਂ ਵੇਖ ਰਹੇ ਹੋ। ਤਾਂ ਸੱਚ ਬੋਲਣ ਵਾਲੇ ਦਾ ਹਸ਼ਰ ਇਹੀ ਹੋਊਗਾ। ਮੈਂ ਉਹਨਾਂ ਬਾਰੇ ਪ੍ਰਸ਼ੰਸਾ ਵੀ ਕੀਤੀ ਸੀ, ਕਿਹਾ ਵੀ ਸੀ ਵੀ ਉਹਨਾਂ ਨੇ ਚੰਗਾ ਜਿਹੜਾ ਬੰਦਾ ਮਤਲਬ ਸੱਚ ਬੋਲਣ ਦੀ ਹਿੰਮਤ ਰੱਖਦਾ, ਭਾਵੇਂ ਉਹ ਕਿਸੇ ਸਟੇਜ 'ਤੇ ਹੀ ਆ ਕੇ ਬੋਲਿਆ, ਤਾਂ ਉਹਨੂੰ ਮਤਲਬ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਤਾਂ ਉਹ ਕਰ ਰਹੇ ਆ। ਬਾਕੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਦਾ ਵਿਰੋਧ ਤਾਂ ਕਰਨੀ ਹੈ। ਜਿਹੜੀ ਆਪੋ ਧੱਪ ਪਈ ਹੋਈ ਹੈ, ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ, ਤੇ ਜਿਹੜੇ ਲੋਕਾਂ ਦੇ ਸਿੱਧੇ ਇੰਟਰਸਟ ਜੁੜੇ ਹੋਏ ਆ, ਉਹਨਾਂ ਨੂੰ ਤਾਂ ਤਕਲੀਫ ਹੋਊਗੀ। ਅੱਜ ਕਿਸੇ ਤਰ੍ਹਾਂ ਦੀ ਕੋਈ ਚੇਂਜ ਹੁੰਦੀ ਹੈ, ਕੋਈ ਰਿਸ਼ਫਲ ਹੁੰਦੀ ਹੈ, ਕੁਝ ਨਵੇਂ ਚਿਹਰੇ ਆਉਣ ਨੂੰ ਬੈਠੇ ਆ, ਹੋਣਾ ਚਾਹੁੰਦੇ ਆ, ਪਰ ਜਿਹੜੇ ਮੌਜੂਦਾ ਲੋਕ ਜਿਹੜੇ ਹੈਗੇ ਆ ਇਸ ਟਾਈਮ, ਜਿਨ੍ਹਾਂ ਦਾ ਆਪਣਾ ਕਬਜ਼ਾ ਬਣਾ ਕਰਕੇ ਸਾਰਾ ਸਿਸਟਮ ਫਿੱਟ ਕੀਤਾ ਹੋਇਆ, ਇਹਨਾਂ ਦੇ ਫਿਰ ਉਹ ਕਬਜ਼ੇ ਹਿੱਲਣਗੇ। ਤਾਂ ਇਸ ਕਰਕੇ ਕੋਈ ਵੀ ਚਾਹੁੰਦਾ ਜਿਹੜਾ ਜਿਹੜੇ ਮੌਜੂਦਾ ਤੰਤਰ ਹੈਗਾ, ਉਹਦੇ ਵਿੱਚੋਂ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਇਹਦੇ ਵਿੱਚ ਕੋਈ ਹਿਲਜੁਲ ਹੋਵੇ, ਤਾਂ ਕਿ ਜਿਹੜਾ ਆਉਣ ਵਾਲਾ ਸਾਲ 1.5 ਸਾਲ ਦਾ ਸਮਾਂ ਰਹਿ ਗਿਆ, ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾਵੇ ਤੇ ਆਪਣੇ ਘਰ ਭਰੇ ਜਾਣ। ਨਹੀਂ, ਲੇਕਿਨ ਤੁਹਾਨੂੰ ਲੱਗਦਾ ਹੈ ਵੀ ਕੋਈ ਵੀ ਬੰਦਾ ਸੱਚ ਬੋਲਣਾ ਹੀ ਨਹੀਂ ਕਿਸੇ ਨੇ, ਤਾਂ ਫਿਰ ਇੱਦਾਂ ਜੇ ਇਹੀ ਹਾਲਾਤ ਰਹੇ ਜਾਂ ਇਹੀ ਸਜ਼ਾ ਮਿਲਦੀ ਰਹੀ, ਜਿਵੇਂ ਤੁਸੀਂ ਵੀ ਸਸਪੈਂਡ ਚੱਲ ਰਹੇ ਹੋ, ਬਾਜਵਾ ਸਾਹਿਬ ਨੂੰ ਜਿਵੇਂ ਕੋਸ਼ਿਸ਼ ਮੈਂ ਪਹਿਲਾਂ ਵੀ ਕਿਹਾ ਵੀ ਹੋ ਰਹੀ ਹੈ, ਵੀ ਬੰਦਾ ਕੋਈ ਸੱਚ ਕਿਵੇਂ ਬੋਲ ਸਕਦਾ ਹੈ? ਸਕੂਲਾਂ 'ਚ ਪੜ੍ਹਾਇਆ ਜਾਂਦਾ ਸੱਚ ਬੋਲੋ, ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਸੱਚ ਬੋਲੋ, ਪਰ ਸੱਚ ਬੋਲਣ ਦੀ ਸਜ਼ਾ ਜੇ ਇਹ ਮਿਲਣੀ ਹੈ, ਕਿਵੇਂ ਕੋਈ ਸੱਚ ਬੋਲੇਗਾ? ਦੇਖੋ ਜੀ, ਸੱਚ ਬੋਲਣਾ ਤੇ ਬਹਾਦਰੀ ਹਰ ਇੱਕ ਪੰਜਾਬੀ ਦੇ ਡੀਐਨਏ ਵਿੱਚ ਹੈ। ਉਹ ਅਲੱਗ ਗੱਲ ਹੈ ਕਿ ਹੁਣ ਮਤਲਬ ਹਾਲਾਤ ਇਹੋ ਜਿਹੇ ਹੋ ਗਏ ਕਿ ਉਹ ਡੀਐਨਏ ਸਾਡਾ ਕਾਫੀ ਥੱਲੇ ਦੱਬਿਆ ਜਾ ਚੁੱਕਿਆ, ਪਰ ਉਹ ਮਰਿਆ ਨਹੀਂ ਤੇ ਨਾ ਹੀ ਮਰ ਸਕਦਾ। ਡੀਐਨਏ ਖਤਮ ਹੋਣ 'ਚ ਹਜ਼ਾਰਾਂ ਸਾਲ ਲੱਗਦੇ ਹੁੰਦੇ ਆ। ਤਾਂ ਜਿਹੜਾ ਮੈਂ ਹੁਣ ਗੱਲ ਕਰ ਰਿਹਾ, ਜੇ ਮੈਨੂੰ ਤਕਲੀਫ ਸੀ, ਮੈਂ 2 ਸਾਲ ਹੋ ਗਏ ਲੜ ਰਿਹਾ, ਤਾਂ ਮਤਲਬ ਕੁਝ ਲੋਕ ਬੋਲੇ ਹੈ, ਕੁਝ ਬੋਲਣਗੇ,
ਇਸ ਤਰ੍ਹਾਂ ਬਹੁਤਾ ਦੇਰ ਸਮਾਂ ਮਤਲਬ ਕਿਸੇ ਨੂੰ ਚੁੱਪ ਕੀਤੇ ਨਹੀਂ ਰੱਖਿਆ ਜਾ ਸਕਦਾ। ਸਿਰਫ ਕਿਸੇ ਨੂੰ ਇੱਕ ਮੋਮਬੱਤੀਆਂ ਦੇ ਬਹੁਤ ਵੱਡੇ ਜਾਂ ਲਾਈਟਾਂ ਦੇ ਦੀਵੇ ਜਗਾਉਣ ਵਾਸਤੇ ਇੱਕ ਦੀਵੇ ਦੀ ਲੋੜ ਪੈਂਦੀ ਹੈ। ਇੱਕ ਜਦੋਂ ਜਗ ਪੈਂਦਾ ਫਿਰ ਉਸ ਤੋਂ ਗਾਂ ਜਗਦੇ ਤੁਰੇ ਜਾਂਦੇ ਆ, ਤੇ ਜਿਹੜਾ ਉਹ ਦੀਵਾ ਹੁੰਦਾ ਉਹਦੀ ਕੋਈ ਰੋਸ਼ਨੀ ਘਟਦੀ ਨਹੀਂ ਹੈ। ਤਾਂ ਇਵੇਂ ਹੀ ਮੈਂ ਬਾਜਵਾ ਸਾਹਿਬ, ਦੁੱਲਾ ਸਾਹਿਬ ਹੋਰਾਂ ਨੂੰ ਲਾਉਂਗਾ, ਇਵੇਂ ਹੀ ਆਉਣ ਵਾਲੇ ਸਮੇਂ ਵਿੱਚ ਕੁਝ ਲੋਕ ਹੋਰ ਉੱਠਣਗੇ। ਸੱਚ ਦੀ ਆਵਾਜ਼ ਜਿਹੜੀ ਹੈਗੀ ਆ, ਇਹ ਬਹੁਤ ਪੁਖਤਾ ਔਰ ਮਤਲਬ ਦੂਰ ਤੱਕ ਜਾਂਦੀ ਹੈ। ਇਹ ਆਊਗੀ, ਲੋਕ ਉੱਠਣਗੇ, ਇਹ ਸਿਸਟਮ ਦੇ ਖਿਲਾਫ ਖੜੇ ਹੋਣਗੇ। ਇਸ ਤੋਂ ਘੱਟ ਗੁਜ਼ਾਰਾ ਹੀ ਨਹੀਂ ਹੈ ਪੰਜਾਬ ਦੇ ਵਿੱਚ ਇਸ ਟਾਈਮ। ਗਾਉਣ ਨੂੰ ਕੁਝ ਰਿਹਾ ਹੀ ਨਹੀਂ ਹੈ। ਮਤਲਬ ਉਜੜਿਆ ਪੰਜਾਬ, ਮੈਂ ਤਾਂ ਕਹਿੰਦਾ ਹੁੰਦਾ, ਲੋਕ ਕਹਿੰਦੇ ਵੀ ਉਜੜੂਗਾ, ਇਹ ਪੰਜਾਬ ਉਜੜ ਚੁੱਕਿਆ। ਤੇ ਇਹਨਾਂ ਹੀ ਲੋਕਾਂ ਨੇ ਹੁਣ ਤੱਕ ਦੇ ਪੋਲੀਟੀਕਲ ਸਿਸਟਮ ਨੇ, ਸਾਰਿਆਂ ਨੇ, ਪਹਿਲਾਂ ਵਾਲੇ ਨੇ ਵੀ ਹੁਣ ਵਾਲਿਆਂ ਨੇ ਰਲ ਕੇ ਇਹਨਾਂ ਨੂੰ ਇਹ ਹਾਲਾਤ 'ਤੇ ਲੈ ਕੇ ਆਂਦਾ। ਪੰਜਾਬ ਦੇ ਲੋਕ ਜਵਾਬ ਮੰਗਣਗੇ, ਮੰਗਣਾ ਚਾਹੀਦਾ। ਤੇ ਉਸੇ ਚੀਜ਼ ਨੂੰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਲੋਕ, ਕੁਛ ਮੈਂ ਜਾਂ ਕੁਛ ਹੋਰ। ਹੁਣ ਜਿਵੇਂ ਤੁਸੀਂ ਆ ਦੇਖੋ, ਪੁਲਿਸ ਦੇ ਨਾਲ ਇਹਨਾਂ ਨੇ ਧੱਕਾ ਕੀਤਾ, 4-5 ਆਪਣੇ SHO ਤੇ 2 DSP ਕੀਤੇ ਆ। ਕੀ ਮੈਂ ਵਾਰ-ਵਾਰ ਪੁੱਛਦਾ ਕਿ ਇਹਨਾਂ ਦੇ ਮਤਲਬ ਕਸੂਰ ਸੀ, ਹੋਰ ਕਿਸੇ ਦਾ ਕਸੂਰ ਹੀ ਕੋਈ ਨਹੀਂ ਹੈਗਾ। ਮੈਂ ਇਹਨਾਂ ਬਾਰੇ ਵੀ ਦੁਬਾਰਾ ਆਪਣੀ ਗੱਲ ਵੱਡੀ ਕਰਕੇ ਚੱਕੂੰਗਾ, ਉਹਨਾਂ ਦੇ ਹੱਕ 'ਚ ਵੀ ਬੋਲੂੰਗਾ। ਹਾਲਾਂਕਿ ਮੈਨੂੰ ਪਤਾ ਕਿ ਸਾਡਾ ਮਹਿਕਮਾ ਬਹੁਤ ਥੱਲੇ ਲੱਗ ਚੁੱਕਿਆ। ਮੈਂ ਅੱਗੇ ਵੀ ਇੱਕ ਮੁੰਡੇ ਜਿਹੜਾ ਹੈਗਾ ਤਰਨ ਵਾਲਾ, ਉਹਦੇ ਮਤਲਬ ਹਰੀਕੇ ਵਾਲੇ SHO ਦੇ ਹੱਕ 'ਚ ਬੋਲਿਆ ਸੀ ਤੇ ਮੇਰੇ ਤੇ ਕੇਸ ਰਜਿਸਟਰ ਹੋ ਗਿਆ ਸੀ। ਤੇ ਉਹਦੀ ਅਜੇ ਤੱਕ ਇੰਨੀ ਕੁ ਹਿੰਮਤ ਨਹੀਂ ਹੋਈ ਕਿ ਮੈਨੂੰ ਫੋਨ ਕਰ ਸਕੇ, ਕੰਟੈਕਟ ਕਰ ਸਕੇ ਵੀ ਤੁਸੀਂ ਮੇਰੀ ਖਾਤਰ ਲੜਾਈ ਲੜ ਰਹੇ ਹੋ, ਜਾਂ ਮਤਲਬ ਤੁਸੀਂ ਆਪਣੇ ਤੁਹਾਡੇ ਤੇ ਪਰਚਾ ਦਰਜ ਹੋ ਗਿਆ। ਇਵੇਂ ਇਹ ਬੰਦੇ ਹੈਗੇ। ਮੈਂ ਵਾਰ-ਵਾਰ ਅਪੀਲ ਕਰਦਾ, ਤੁਹਾਡੇ ਥਰੂ ਅੱਜ ਅਪੀਲ ਕਰਦਾ ਵੀ ਮੇਰੇ ਨਾਲ ਕੰਟੈਕਟ ਕਰੋ। ਮੈਂ ਤਾਂ ਹੁਣ ਜਿਹੜੀ ਕੰਡਿਆਂ ਦੀ ਸਹੀ ਤੇ ਚੱਲ ਹੀ ਰਿਹਾ। ਮੈਂ ਤੁਹਾਡੀ ਲੜਾਈ ਆਪਣੀ ਲੜਾਈ ਸਮਝ ਕੇ ਲੜੂੰਗਾ। ਮੇਰੇ ਨਾਲ ਕੰਟੈਕਟ ਕਰਨ, ਅਸੀਂ ਕਿਸੇ ਵੀ ਫਰੰਟ 'ਤੇ ਇਕੱਠੇ ਹੋ ਕੇ ਬਿਲਕੁਲ ਮਤਲਬ ਸਖਤ ਤਰੀਕੇ ਨਾਲ ਇਹਨਾਂ ਜਿਹੜੇ ਧੱਕੇ ਕੀਤਾ ਸੀ ਔਰ ਜਿਹੜਾ ਕੀਤਾ ਜਾ ਰਿਹਾ ਉਹਦਾ ਜਵਾਬ ਦੇਵਾਂਗੇ। ਤੁਸੀਂ ਕਿਹਾ ਵੀ ਜਿਹੜੇ ਹੁਣ ਕੁਝ ਮੁਲਾਜ਼ਮ ਜਿਹੜੇ ਇਹਨਾਂ ਨੇ ਸਸਪੈਂਡ ਕੀਤੇ ਨੇ, ਕੁਝ ਸਮਾਂ ਪਹਿਲਾਂ ਖੰਨੇ ਦੇ ਵਿੱਚ ਵੀ ਨਜਾਇਜ਼ ਸ਼ਰਾਬ ਫੈਕਟਰੀ ਫੜੀ ਗਈ ਸੀ। ਉੱਥੇ ਵੀ ਸੁਣਨ 'ਚ ਆਇਆ ਵੀ ਛੋਟੀਆਂ-ਮੋਟੀਆਂ ਕੋਈ ਗ੍ਰਿਫਤਾਰੀਆਂ ਹੋਈਆਂ ਨੇ, ਵੱਡੀ ਮਛਲੀ ਕਿਉਂ ਨਹੀਂ ਫੜੀ ਗਈ? ਉਸ ਮਾਮਲੇ ਦੇ ਵਿੱਚ ਵੀ ਕੋਈ ਵੀ ਸਿੱਟ ਨੇ ਸਿੱਟਾ ਨਹੀਂ ਕੱਢਿਆ। ਫੜਨ ਵਾਲਿਆਂ ਨੂੰ ਕੌਣ ਫੜੂਗਾ ਜੀ? ਜਿਨ੍ਹਾਂ ਨੇ ਆਪ ਮਤਲਬ ਸਾਰਾ ਮਾਲਕ ਉਹ ਨੇ ਜਿਹੜੇ ਗਲਤ ਕੰਮ ਕਰਾਉਂਦੇ, ਫਿਰ ਉਹਨੂੰ ਕਿਹਨੇ ਫੜਨਾ? ਸਿਸਟਮ ਚੇਂਜ ਹੋਏ ਤੋਂ ਬਿਨਾਂ ਕੋਈ ਨਹੀਂ ਹੋਣਾ। ਤੁਸੀਂ ਖੰਨੇ ਦੀ ਗੱਲ ਕਰਦੇ ਹੋ, ਖੰਨੇ ਹੈ ਆਪਣੇ ਰਾਜਪੁਰਾ ਹੈ, ਠੀਕ ਹੈ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਉਹਨਾਂ ਦੇ ਉੱਪਰ ਜਿਹੜੇ ਨਿਗਰਾਨੀ ਕਰ ਰਹੇ, ਜਿਹੜੇ ਉੱਤੇ ਪਾਵਰ ਹਾਊਸ ਬੈਠੇ, ਜਿਹੜੇ ਉਹਨਾਂ ਨੂੰ ਜਦੋਂ ਕੋਈ ਹੱਥ ਨਹੀਂ ਪਾਇਆ ਜਾ ਸਕਦਾ ਤੇ ਥੱਲੇ ਕਿਵੇਂ ਬੰਦ ਹੋਊਗਾ? ਉਹ ਥੱਲੇ ਬਸ ਜਿਵੇਂ ਇੱਧਰ ਮਤਲਬ ਤੁਸੀਂ ਕਹਿ ਦਿੰਦੇ ਪੁਲਿਸ ਦੇ ਥੱਲੇ ਵਾਲੇ ਅਫਸਰਾਂ ਤੇ ਹੋਇਆ, ਤੇ ਉਧਰ ਕੋਈ ਕਰਿੰਦਿਆਂ ਨੂੰ ਜਾਂ ਕੋਈ ਹੋਰ ਥੱਲੇ ਵਾਲੇ ਲੈਵਲ ਤੇ ਲੋਕਾਂ ਦੇ ਇੱਥੋਂ ਨਿੱਕੇ ਮੋਟੇ ਪਰਚੇ ਦਰਜ ਕਰਵਾ ਕੇ ਇਨਕੁਆਰੀ ਦੇ ਨਾਂ ਤੇ ਉਹਨੂੰ ਜਿਹੜੀ ਜਾਂਚ ਨੂੰ ਮਤਲਬ ਠੰਡੇ ਬਸਤੇ ਪਾ ਕੇ ਗੱਲ ਖਤਮ ਕਰ ਦਿੱਤੀ। ਲੇਕਿਨ ਸੇਖੋ ਸਾਹਿਬ, ਤੁਹਾਨੂੰ ਲੱਗਦਾ ਨਹੀਂ ਵੀ ਬਿਜਲੀ ਦਾ ਕਨੈਕਸ਼ਨ ਗਿਆ ਹੋਣਾ ਹੈ ਜੀ, ਉੱਥੇ ਪਾਣੀ ਦਾ ਕਨੈਕਸ਼ਨ ਗਿਆ ਹੋਣਾ ਹੈ, ਉੱਥੇ ਫੈਕਟਰੀ ਦੇ ਲਈ ਜਿਹੜੀ ਵੀ ਮਸ਼ੀਨਰੀ ਲੱਗੀ ਆ ਉਹ ਲੱਗੀ ਹੋਣੀ ਹੈ, ਰॉ ਮਟੀਰੀਅਲ ਆਉਂਦਾ ਹੈ, ਕੋਈ ਵੈਰੀਫਿਕੇਸ਼ਨ ਕੋਈ ਚੈੱਕ ਹੁੰਦਾ ਹੀ ਨਹੀਂ? ਨਹੀਂ ਜੀ, ਚੈੱਕ ਹੁੰਦਾ ਹੋਵੇ ਫਿਰ ਕਿਉਂ ਹੋਵੇ? ਚੈੱਕ ਕਰਨ ਵਾਲਾ ਸਿਸਟਮ ਕੀ ਹੈ? ਮੈਂ ਵਾਰ-ਵਾਰ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਚੈੱਕ ਕੌਣ? ਸਿਸਟਮ ਚੈੱਕ ਕਰਦਾ। ਸਿਸਟਮ ਸਾਡਾ ਫੇਲ ਹੈ, ਹਰ ਪਾਰਟ 'ਤੇ ਫੇਲ ਅਸੀਂ। ਜਿਹੜੇ ਡਿਪਾਰਟਮੈਂਟ ਐਕਸਾਈਜ਼ ਦਾ ਉਹ CM ਸਾਹਿਬ ਦੇ ਅੰਡਰ ਹੈ, CM ਸਾਹਿਬ ਦੇ ਅੰਡਰ ਸਾਰਾ ਸਿਸਟਮ ਹੈਗਾ। ਇਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ। ਜੇ ਕੋਈ ਚੈਕਿੰਗ ਤਾਂ ਹੀ ਹੋਊਗੀ ਨਾ, ਜੇ ਕੋਈ ਚੈਕਿੰਗ ਕਰਨਾ ਚਾਹੂਗਾ ਜਾਂ ਕੋਈ ਮਤਲਬ ਕਿਸੇ ਦਾ ਟਰਸਟ ਹੋਊਗਾ ਕੁਝ ਸੱਚਾਈ ਸਾਹਮਣੇ ਲੈ ਕੇ ਆਉਣ ਵਾਸਤੇ। ਇਹਨਾਂ ਦੇ ਸਭ ਦੇ ਇੰਟਰਸਟ ਤਾਂ ਇਹਦੇ ਵਿੱਚ ਹੀ ਹੈਗੇ ਆ ਕਿ ਮਤਲਬ ਇਹ ਚੀਜ਼ਾਂ ਦਬੀਆਂ ਰਹਿਣ, ਲੋਕ ਇਸੇ ਤਰੀਕੇ ਨਾਲ ਦੱਬੇ ਕੁਚਲੇ ਆਪਣਾ ਟਾਈਮ ਕੱਢੀ ਜਾਣ, ਟੈਕਸ ਭਰ ਕੇ ਆਪਣੇ ਲੁੱਟੀ ਦੇ ਤੁਰੀ ਜਾਣ, ਤੇ ਇਹਨਾਂ ਨੂੰ ਮਤਲਬ ਇਹਨਾਂ ਦੇ ਘਰ ਭਰੀ ਜਾਣ ਹਰ ਰੂਪ ਵਿੱਚ। ਤੇ ਰਹਿੰਦਾ ਖੁੰਦਾ ਸ਼ਰਾਬ ਜਿਹੜੀ ਹੈਗੀ ਹੈ ਇਹਨਾਂ ਦੇ ਘਰ ਕਮਾਈ ਨਾਲ ਭਰ ਜਾਣ, ਤੇ ਲੋਕ ਭਾਵੇਂ ਬੇਸ਼ੱਕ ਉਹ ਜ਼ਹਿਰ ਪੀ ਕੇ ਮਰ ਜਾਣ। ਲੇਕਿਨ ਕੈਪਟਨ ਸਾਹਿਬ ਤਾਂ ਕਹਿੰਦੇ ਨੇ ਕੋਈ ਵੀ ਸਿਆਸਤਦਾਨ ਹੋਵੇ, ਚਾਹੇ ਵੱਡਾ ਅਫਸਰ ਹੋਵੇ, ਕੋਈ ਪੁਲਿਸ ਅਫਸਰ ਹੋਵੇ, ਕੋਈ ਸਿਵਲ ਐਡਮਿਨਿਸਟ੍ਰੇਸ਼ਨ ਦਾ ਅਫਸਰ ਹੋਵੇ, ਕੋਈ ਬਖਸ਼ਿਆ ਨਹੀਂ ਜਾਏਗਾ ਜਿਸਨੇ ਗਲਤ ਕੰਮ ਕੀਤਾ। ਕਹਿਣ ਦੀਆਂ ਗੱਲਾਂ ਹੈਗੀਆਂ। ਅੱਜ ਤੱਕ ਕਿਹਦੇ ਤੇ ਕਾਰਵਾਈ ਹੋਈ ਹੈ ਤੇ ਗਾਂ ਕਿਹਦੇ ਤੇ ਹੋਊਗੀ, ਇਹ ਸਭ ਕਹਿਣ ਦੀਆਂ ਗੱਲਾਂ। ਇਹਦੇ ਵਿੱਚ ਕੋਈ ਭੋਰਾ ਪਰ ਵੀ ਸੱਚਾਈ ਨਹੀਂ ਹੈਗੀ, ਨਾ ਇਹ ਪਹਿਲਾਂ ਹੋਈ ਕਿਤੇ ਨਾ ਹੁਣ ਹੋਣਾ। ਤੁਹਾਡੇ ਦੇ ਸਿਰ ਕਾਰਵਾਈ ਹੋਈ ਤਾਂ ਹੈ? ਮੇਰੀ ਕਾਰਵਾਈ ਤੁਸੀਂ ਇਹਨਾਂ ਨਾਲ ਨਾ ਜੋੜੋ। ਮੈਂ ਤਾਂ ਜੇ ਬੋਲਿਆ ਤਾਂ ਮੇਰੇ ਖਿਲਾਫ ਕਾਰਵਾਈ ਹੋਈ ਹੈ, ਜੇ ਮੈਂ ਚੁੱਪ ਰਹਿੰਦਾ ਤਾਂ ਮੇਰੇ ਦੇ ਖਿਲਾਫ ਵੀ ਨਹੀਂ ਹੋਣੀ ਸੀ। ਜੇ ਮੈਂ ਇਹਨਾਂ ਨੇ ਆਪਣੇ ਆਰਾਮ ਨਾਲ ਉਹ ਬੈਠ ਗਿਆ ਸੀਗਾ, ਆਪਣੇ ਲੁੱਟ ਖੋਹ ਕਰੀ ਜਾਂਦਾ ਬੈਠਾ ਆਸ਼ੂ, ਫਿਰ ਵਾਰ-ਵਾਰ ਨਾਮ ਉਹਦਾ ਆ ਜਾਂਦਾ ਗੱਲ ਕਰਨ ਲੱਗਿਆ। ਜੇ ਮੈਂ ਚੁੱਪ ਰਹਿੰਦਾ ਤਾਂ ਕੋਈ ਦਿੱਕਤ ਨਹੀਂ ਸੀ। ਜਦੋਂ ਮੇਰੀ ਨਹੀਂ ਸੁਣਵਾਈ ਕੀਤੀ, ਫਿਰ ਮੈਂ ਜਦੋਂ ਆਪਣਾ ਬੋਲਿਆ ਤੇ ਫਿਰ ਮੈਨੂੰ ਸਸਪੈਂਡ ਕਰਕੇ ਇਹਨਾਂ ਨੇ ਇਸ ਪਾਸੇ ਤੋਰਿਆ। ਤੇ ਮਤਲਬ ਇਹ ਜਿਹੜਾ ਹੈਗਾ ਇਹ ਟ੍ਰੈਂਡ ਸਾਰੇ ਪੰਜਾਬ ਵਿੱਚ ਹੈਗਾ। ਮੈਂ ਫਿਰ ਬੇਨਤੀ ਕਰਦਾ ਕਿ ਮੇਰੀ ਲੜਾਈ ਤਾਂ ਆਸ਼ੂ ਤੋਂ ਸਟਾਰਟ ਹੋਈ ਸੀ। ਆਸ਼ੂ ਲੁਧਿਆਣੇ ਵਿੱਚ ਬੈਠਾ, ਸਾਰਾ ਪੰਜਾਬ ਹੀ ਆਸ਼ੂਆਂ ਨਾਲ ਭਰਿਆ ਹੋਇਆ ਹੈ। ਜਿੰਨੀ ਹੀ ਮਿਨਿਸਟਰੀ ਹੈ, ਜਿੰਨੇ MLA ਹੈਗੇ ਆ, ਜੋ ਹੈ ਇਹ ਸਾਰੇ ਹੀ ਆਪਣੇ ਆਪਣੇ ਇਲਾਕੇ ਵਿੱਚ ਉਸ ਤਰ੍ਹਾਂ ਹੀ ਲੁੱਟ ਮਚਾਈ ਹੋਈ ਹੈ ਜਿਵੇਂ ਇਹਨੇ ਲੁਧਿਆਣੇ ਵਿੱਚ ਮਚਾਈ ਹੋਈ ਹੈ। ਤੇ ਸਭ ਦੇ ਇੰਟਰਸਟ ਇੱਕੋ ਨੇ, ਇਸ ਕਰਕੇ ਸਾਰੇ ਇੱਕ ਦੂਜੇ ਦੀ ਪਿੱਠ ਪੁਰਦੇ। ਇਹਨਾਂ ਨੂੰ ਕਿਸੇ ਨੂੰ ਨਾ ਕਿ ਪਹਿਲਾਂ ਕੁਝ ਹੋਇਆ ਇਸ ਸਰਕਾਰ ਦੇ ਵਿੱਚ, ਨਾ ਇਹ ਹੁਣ ਹੋਵੇ। ਹਾਂ, ਜੇ ਕੋਈ ਹਾਲਾਤ ਜਿਹੜੇ ਬਣੇ ਜਾਂਦੇ ਆ, ਜੇ ਕੋਈ ਚੰਗੇ ਬੰਦਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਗਿਆ, ਜਾਂ ਕੁਛ ਇੱਥੇ ਕੋਈ ਬਦਲਾ ਬਦਲੀ ਹੋਈ, ਪੰਜਾਬ ਦੇ ਲੋਕਾਂ ਦੀ ਕਿਸਮਤ ਚੰਗੀ ਹੋਈ, ਤਾਂ ਸ਼ਾਇਦ ਕੋਈ ਪਰਮਾਤਮਾ 'ਤੇ ਭਰੋਸਾ ਕੀਤਾ ਜਾ ਸਕਦਾ। ਸਰ, ਤੁਸੀਂ ਸਿਆਸੀ ਲੋਕਾਂ 'ਚ ਥੋੜ੍ਹਾ ਝਾੜ ਰਹੇ ਹੋ। ਖੰਨੇ ਦੀ ਹੀ ਗੱਲ ਹੈਗੀ ਹੈ ਜੀ, ਇੱਕ ਸਿੱਖ ਪਿਓ ਪੁੱਤ ਨੂੰ ਤੇ ਉਹਨਾਂ ਦੇ ਸਿਰੀ ਨੂੰ ਨੰਗਾ ਕਰਕੇ ਥਾਣੇ ਦੇ ਵਿੱਚ ਕੁੱਟਿਆ ਗਿਆ। ਕਿ ਉੱਥੇ ਪੁਲਿਸ ਵਾਲਿਆਂ ਦੀ ਗਲਤੀ ਨਹੀਂ ਸੀ? ਕਿ ਪੁਲਿਸ ਵਾਲੇ ਤਸ਼ੱਦਦ ਨਹੀਂ ਕਰਦੇ? ਬਿਲਕੁਲ ਠੀਕ ਕਹਿ ਰਹੇ ਤੁਸੀਂ। ਮੈਂ ਅੱਗੇ ਵੀ ਇਹਦੇ ਬਾਰੇ ਕਿਹਾ ਗਲਤੀ ਸੀ, ਪਰ ਗਲਤੀ ਕਰਾਈ ਕਿਹਨੇ ਗਈ? ਗਲਤੀ ਤੱਕ ਹੀ ਚਲੇ ਜਾਂਦੇ ਨਾ ਆਪਾਂ। ਜੋ ਸਾਹਮਣੇ ਦਿਖਦਾ ਉੱਥੇ ਤੱਕ ਤੁਹਾਡਾ ਮੀਡੀਆ ਵੀ ਉੱਥੇ ਖੜ ਜਾਂਦਾ ਜਾ ਕੇ।
ਠੀਕ ਹੈ, ਉਹਦੇ ਪਿੱਛੇ ਤਾਂ ਵੇਖੋ ਵੀ ਉਹ ਕਿਉਂ ਕਰਵਾਇਆ ਗਿਆ। ਮੈਨੂੰ ਪਤਾ, ਬੜੀ ਚੰਗੀ ਤਰ੍ਹਾਂ ਪਤਾ, ਉਹ ਮੁੰਡਾ ਮੇਰਾ ਵਾਕਫ ਹੈ, ਮੈਨੂੰ ਕਿਹਾ ਵੀ ਸੀ ਵੀ ਸੱਚ ਬੋਲ ਦੇ, ਪਰ ਨਹੀਂ, ਹਿੰਮਤ ਨਹੀਂ ਹੈ ਕਿਸੇ ਦੀ। ਠੀਕ ਹੈ, ਉਹ ਕਿਹਨੇ ਕਰਵਾਇਆ? ਪੋਲੀਟੀਕਲ ਸਿਸਟਮ ਜਿਹੜਾ ਉੱਥੋਂ ਦਾ ਹੈਗਾ, ਜਿਹੜਾ ਉਹਦਾ ਉਸ ਏਰੀਆ ਦਾ ਜਿਹੜਾ ਵੀ ਬਿਲੋਂਗ ਕਰਦਾ, ਮੈਨੂੰ ਨਾਮ ਲੈਣ ਦੀ ਕੀ ਲੋੜ ਹੈ, ਸਭ ਨੂੰ ਪਤਾ, ਉਹਨਾਂ ਨੇ ਕਰਵਾਇਆ। ਠੀਕ ਹੈ, ਉਹਨੇ ਮੈਨੂੰ ਆਪ ਦੱਸਿਆ, ਬਲਜਿੰਦਰ ਨੇ, ਮੁੰਡੇ ਨੇ। ਮਤਲਬ ਇਸ ਮਤਲਬ ਅੱਗੇ ਦੱਸ ਸਕੇ, ਮਤਲਬ ਇਸ ਲੈਵਲ ਤੱਕ ਪੁਲਿਸ ਵਾਲਿਆਂ ਨੂੰ ਯੂਜ਼ ਕੀਤਾ ਜਾ ਰਿਹਾ? ਮੈਂ ਕਿਹਾ ਜੀ ਹਰ ਲੈਵਲ ਤੱਕ ਯੂਜ਼ ਕੀਤਾ ਜਾਏ। ਇਸ ਲੈਵਲ ਦੀ ਕਿਹੜੀ ਗੱਲ ਕਰ ਰਹੇ ਹੋ ਤੁਸੀਂ? ਪੁਲਿਸ ਵਾਲੇ ਇਨਸਾਨ ਹੈ, ਕੋਈ ਐਡੇ ਤਾਂ ਨਹੀਂ ਹਵਾਨ ਹੈਗੇ ਕਿ ਮਤਲਬ ਗਲਤ ਕੰਮ ਕਰਦੇ। ਜਿਹੜਾ ਗਲਤ ਕੰਮ ਕਰਦੇ ਆ ਉਹਦੇ ਵਿੱਚੋਂ 10% ਜਿਹੜੀ ਹੈਗੀ ਆ ਇਹਨਾਂ ਦੀ ਮੂਰਖਤਾ ਕਹੀ ਜਾ ਸਕਦੀ ਹੈ, 90% ਇਹਨਾਂ ਤੇ ਪ੍ਰੈਸ਼ਰ ਹੈ। ਐਵੇਂ ਨਹੀਂ ਹੋ ਸਕਦਾ। ਸਰ ਤੁਸੀਂ ਗੱਲ ਕਹੀਏ ਵੀ ਤੁਹਾਡੀ ਨਿੱਜੀ ਲੜਾਈ ਜਦੋਂ ਸ਼ੁਰੂ ਹੋਈ, ਤੁਹਾਡੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਖੁੱਲ੍ਹ ਕੇ ਫਿਰ ਹੋਰ ਬੋਲੇ, ਜ਼ਿਆਦਾ ਬੋਲੇ। ਹੁਣ ਤੁਹਾਡਾ ਹਰ ਮੁੱਦੇ ਤੇ ਮੈਂ ਤੁਹਾਡਾ ਸੋਸ਼ਲ ਮੀਡੀਆ ਤੇ, ਤੁਹਾਡਾ ਫੇਸਬੁੱਕ ਜੇ ਆਪਾਂ ਪੇਜ ਵੀ ਚੈੱਕ ਕਰੀਏ, ਉੱਥੇ ਵੀ, ਟਵਿੱਟਰ ਤੇ ਵੀ ਤੁਸੀਂ ਹੁਣ ਹਰ ਮੁੱਦੇ ਤੇ ਖੁੱਲ੍ਹ ਕੇ ਬੋਲ ਰਹੇ ਹੋ। ਹੁਣ ਕਿਉਂ? ਪਹਿਲਾਂ ਤੁਸੀਂ ਆਪਣੀ ਨਿੱਜੀ ਲੜਾਈ ਨੂੰ ਹੁਣ ਤੁਸੀਂ ਪੰਜਾਬੀਆਂ ਤੱਕ ਕਿਵੇਂ ਪਹੁੰਚਾਇਆ, ਕਿਉਂ ਪਹੁੰਚਾਇਆ? ਇਸ ਤਰ੍ਹਾਂ ਸੀ ਜੀ, ਨਿੱਜੀ ਲੜਾਈ ਤਾਂ ਠੀਕ ਹੈ, ਤੁਹਾਡੀ ਗੱਲ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਉਹ ਟੈਲੀਫੋਨ ਮੈਨੂੰ ਉਹਨਾਂ ਨੇ ਕੀਤਾ ਜਿਹੜਾ ਮਤਲਬ ਨਹੀਂ ਕਰਨਾ ਬਣਦਾ ਸੀਗਾ, ਮੇਰੇ ਮਤਲਬ ਉਹਨਾਂ ਚੀਜ਼ਾਂ ਦੇ ਉਲਟ ਸੀ, ਕਾਨੂੰਨ ਦੇ ਵੀ ਹਰ ਪਾਸਿਓਂ, ਤੇ ਉੱਥੋਂ ਇਹ ਸ਼ੁਰੂ ਹੋਈ। ਮੈਨੂੰ ਉਹ ਗੱਲ ਨਹੀਂ ਚੰਗੀ ਲੱਗੀ, ਮੈਂ ਉਹਦਾ ਪ੍ਰੋਟੈਸਟ ਕੀਤਾ। ਪਰ ਜਦੋਂ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਉਹ ਮੇਰੀ ਕੀਤੀ ਹੋਈ ਜਿਹੜੀ ਰਿਪੋਰਟ ਹੈ ਉਹ ਵੀ ਕਿਤੇ ਗਾਇਬ ਕਰ ਦਿੱਤੀ, ਅਜੇ ਤੱਕ ਨਹੀਂ ਲੱਭ ਰਹੀ। ਠੀਕ ਹੈ, ਹਾਈ ਕੋਰਟਾਂ ਦੇ ਵਿੱਚ ਮਤਲਬ ਮੈਂ ਗਿਆ, ਮੈਨੂੰ ਉੱਥੇ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਮਿਲਿਆ। ਫਿਰ ਮਤਲਬ ਕੌਣ ਜਗਾਊਗਾ ਸਿਸਟਮ ਦੇ ਵਿੱਚ, ਕੌਣ ਦੱਸੂਗਾ ਕਿਸੇ ਇਹਨਾਂ ਚੀਜ਼ਾਂ ਨੂੰ? ਜੇ ਮਤਲਬ ਇਹਨਾਂ ਨੁਕਸਾਨ ਕਰਾ ਕੇ ਵੀ ਜੇ ਮੈਂ ਚੁੱਪ ਕਰਕੇ ਅੰਦਰ ਹੀ ਬਹਿਣਾ, ਫਿਰ ਫਾਇਦਾ ਕੀ ਮੈਨੂੰ ਇਸ ਲੜਾਈ ਲੜਨ ਦਾ? ਤਾਂ ਮਤਲਬ ਮੈਂ ਇਹ ਜਿਹੜੀ ਲੜਾਈ ਨੂੰ ਇਸ ਪਾਸੇ ਹੁਣ ਇਹ ਲੜਾਈ ਪਰਸਨਲ ਨਹੀਂ ਹੈ। ਸਟਾਰਟ ਜ਼ਰੂਰ ਪਰਸਨਲ ਤੋਂ ਹੋਈ ਸੀ, ਹੁਣ ਇਹ ਲੜਾਈ ਬਿਲਕੁਲ ਨਿੱਜੀ ਨਹੀਂ ਹੈ। ਹੁਣ ਇਹ ਪੰਜਾਬ ਦੇ ਲੋਕਾਂ ਦੀ ਲੜਾਈ ਹੈ। ਮੈਨੂੰ ਜੋ ਦਿਖਾਈ ਦਿੰਦਾ ਹੈ, ਜੋ ਇੱਕ ਪਹਿਲਾਂ ਪੁਲਿਸ ਦੀ ਇੱਕ ਡਿਸਪਲਿਨ ਦੇ ਵਿੱਚ ਮੈਂ ਬੰਨਿਆ ਹੋਇਆ ਸੀਗਾ, ਉਹ 'ਚ ਮੈਨੂੰ ਇਹਨਾਂ ਨੇ ਆਜ਼ਾਦ ਕਰ ਦਿੱਤਾ। ਜਿਹੜੀ ਮੇਰੀ ਬਾਕੀ ਬਚਦੀ ਨੌਕਰੀ ਹੈ ਉਹ ਡਿਸਮਿਸਲ ਕਰਨ ਦੀ ਮੈਨੂੰ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ, ਕਰ ਦੇਣਗੇ ਹੋਰ ਥੋੜ੍ਹੇ ਸਮੇਂ ਵਿੱਚ। ਤਾਂ ਇਸ ਕਰਕੇ ਜਦੋਂ ਹੁਣ ਮੈਨੂੰ ਜਿਹੜੀ ਬੰਧਨ ਹੀ ਮੇਰੇ ਤੋਂ ਲਾ ਦਿੱਤਾ, ਤੇ ਫਿਰ ਮੈਂ ਸੱਚ ਕਿਉਂ ਨਹੀਂ ਬੋਲੂੰਗਾ? ਸੱਚ ਨਾ ਬੋਲਣਾ ਪਿੱਛੇ ਸਾਡੀ ਮਜਬੂਰੀ ਹੋ ਸਕਦੀ ਹੈ, ਡਿਸਪਲਿਨ ਫੋਰਸ ਹੈ ਸੀ, ਪਰ ਜਦੋਂ ਸਾਨੂੰ ਇਹਨਾਂ ਨੇ ਫੋਰਸ ਤੋਂ ਹੀ ਬਾਹਰ ਕਰ ਦਿੱਤਾ, ਤੇ ਹੁਣ ਫਿਰ ਸੱਚ ਬੋਲਣ ਤੋਂ ਤਾਂ ਮੈਨੂੰ ਨਹੀਂ ਰੋਕਿਆ ਜਾ ਸਕਦਾ। ਸੱਚ ਮੈਂ ਬੋਲੂੰਗਾ। ਇਹ ਸਭ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਮਤਲਬ ਇਹ ਸੱਚ ਬੋਲਣਾ ਬਹੁਤ ਜ਼ਰੂਰੀ ਹੈ। ਇਸ ਨੂੰ ਵੇਖ ਕੇ ਕੁਝ ਦੀਵੇ ਹੋਰ ਜਗਣਗੇ, ਕੁਝ ਲਾਈਟਾਂ ਹੋਰ ਜਲਣਗੀਆਂ, ਤਾਂ ਪੰਜਾਬ ਦੇ ਲੋਕਾਂ ਦਾ ਭਲਾ ਪਰਮਾਤਮਾ ਕਰੂਗਾ। ਤੁਸੀਂ ਕਿਹਾ ਕੁਝ ਦੀਵੇ ਹੋਰ ਜਲਣਗੇ ਇੱਕ ਦੀਵੇ ਨੂੰ ਦੇਖ ਕੇ, ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਮੌਕਾ ਹੈ ਪੰਜਾਬੀਆਂ ਨੂੰ? ਜਿਵੇਂ ਤੁਸੀਂ ਸ਼ੁਰੂਆਤ ਵਿੱਚ ਵੀ ਕਿਹਾ ਕਿ ਤੁਸੀਂ ਅਕਾਲੀ, ਕਾਂਗਰਸੀ ਜਾਂ ਕਿਸੇ ਹੋਰ ਸਿਆਸੀ ਪਾਰਟੀ ਦਾ ਟੈਗ ਹਟਾ ਕੇ ਪਹਿਲਾਂ ਪੰਜਾਬੀ ਬਣੋ ਤਾਂ ਪੰਜਾਬ ਨੂੰ ਬਚਾਓ। ਹੋਰ ਕੋਈ ਤਰੀਕਾ ਹੀ ਨਹੀਂ ਰਿਹਾ ਜੀ, ਹੋਰ ਕੋਈ ਤਰੀਕਾ ਹੀ ਨਹੀਂ ਹੈ ਪੰਜਾਬ ਨੂੰ ਬਚਾਉਣ ਦਾ, ਜਿੰਨਾ ਚਿਰ ਪੰਜਾਬ ਦੇ ਲੋਕ ਇਹ ਨਹੀਂ ਜਾਗਣਗੇ। ਔਰ ਇਹਦੇ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਪਿੰਡਾਂ ਦੇ ਮੋਹਤਬਰ ਬੰਦੇ ਹੈ, ਪੰਚ ਸਰਪੰਚ ਨੇ, ਸੇਮ ਕੌਂਸਲਾਂ ਹੈਗੀਆਂ, ਇਹਨਾਂ ਦੇ ਜਿਹੜੇ ਕੌਂਸਲਰਸ ਨੇ, ਉਹਨਾਂ ਦੇ ਪ੍ਰਧਾਨ ਨੇ, ਜਿਹੜੇ ਮਤਲਬ ਚੱਕੀ ਦੇ ਵਿਚਾਲੜੇ ਹੁੰਦੇ, ਚੱਕੀ ਦੇ ਪਾਟਣ ਦੇ ਵਿੱਚ ਸੁਣਿਆ ਵੀ ਵਿਚਾਲੇ ਜਿਹੜੀ ਚੀਜ਼ ਪਿਸਦੀ ਆ, ਉਹ ਇਹ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਜਿਹੜੇ ਇਹ ਲੋਕ ਹੈਗੇ ਆ, ਇਹਨਾਂ ਦੇ ਕਰਕੇ ਸਰਕਾਰਾਂ ਬਣਦੀਆਂ। ਇਹ ਲੋਕ ਜਾ ਕੇ ਅੱਗੇ ਮੋਟੀਵੇਟ ਕਰਦੇ, ਲੋਕਾਂ ਨੂੰ ਦੱਸਦੇ ਆ, ਠੀਕ ਹੈ ਵੀ ਆਪਣੇ ਆਜੂ ਆਪਾਂ ਆਪਣੇ ਕੰਮ ਕਰਾਵਾਂਗੇ, ਅਸੀਂ ਆਹ ਤਰੱਕੀ ਹੋਊਗੀ। ਇਹਨਾਂ ਦਾ ਕੁਝ ਜਿਹੜੇ ਪਰਸੈਂਟੇਜ ਲੋਕ ਹੈਗੇ ਜਿਹੜੇ ਸੈਂਟਰ ਦਾ ਕੰਮ ਕਰਦੇ, ਇਹ ਸਰਕਾਰਾਂ ਚੇਂਜ ਕਰਵਾਉਂਦੇ ਆ। ਤਾਂ ਮੈਂ ਇਹ ਬੇਨਤੀ ਇਹਨਾਂ ਨੂੰ ਕਰਨਾ ਚਾਹੁੰਦਾ ਕਿ ਥੱਲੇ ਵਾਲੇ ਲੋਕ ਜਿਹੜੇ ਹੈ ਉਹਨਾਂ ਤੱਕ ਇੱਕ ਆਵਾਜ਼ ਨਹੀਂ ਜਾਣੀ। ਉਹ ਹਰ ਕੋਲ ਕੋਈ ਸਮਾਰਟਫੋਨ ਨਹੀਂ ਹੈ, ਹਰ ਕੋਲ ਕੋਈ ਮੀਡੀਆ ਦਾ ਸਿਸਟਮ ਨਹੀਂ ਹੈਗਾ। ਇੱਕ ਘਰਾਂ 'ਚ ਕੰਮ ਕਰਨ ਵਾਲੀ ਲੇਬਰ ਹੈ, ਖੇਤਾਂ 'ਚ ਕੰਮ ਕਰਨ ਵਾਲੀ ਲੇਬਰ ਹੈ, ਹੋਰ ਗਰੀਬ ਤਬਕਾ ਹੈ ਜਿਹੜਾ ਮਤਲਬ ਇਸ ਜਿਹੜੀ ਸੋਸ਼ਲ ਮੀਡੀਆ ਨਾਲ ਨਹੀਂ ਜੁੜਿਆ ਹੋਇਆ, ਉਹਨੂੰ ਕਿਹਨੇ ਦੱਸਣਾ? ਉਹਨੂੰ ਇਹ ਲੋਕ ਦੱਸਣਗੇ। ਇਹ ਲੋਕ ਇਮਾਨਦਾਰ ਹੋਣ, ਇਹ ਲੋਕ ਮਤਲਬ ਆਪਣੀ ਜ਼ਮੀਰ ਨੂੰ ਦੇਖਣ, ਆਪਣੇ ਦੇਖਣ ਖੂਨ ਸਾਡੇ ਮਤਲਬ ਬਲੱਡ ਵਿੱਚ ਕਿਹਦਾ ਹੈ, ਪੰਜਾਬ ਦਾ ਖੂਨ ਹੈ। ਉਹ ਹਿੰਦੂ ਹੈ, ਉਹ ਸਿੱਖ ਹੈ, ਮੁਸਲਿਮ ਹੈ, ਈਸਾਈ ਹੈ, ਪੰਜਾਬ 'ਚ ਰਹਿਣ ਵਾਲਾ ਜੋ ਵੀ ਪੰਜਾਬੀ ਹੈ, ਉਹਦਾ ਜਿਹੜਾ ਬਲੱਡ ਹੈ ਉਹ ਮਤਲਬ ਬਹੁਤ ਹੀ ਮਤਲਬ ਸ਼ੁੱਧ ਹੈ। ਜੇ ਉਹਦੇ 'ਤੇ ਨਿਗਾਹ ਮਾਰੇ ਤਾਂ ਉਹ ਇਸ ਚੀਜ਼ 'ਚੋਂ ਨਿਕਲਣ, ਉਹ ਮਤਲਬ ਆਪਣੇ ਆਪ ਨੂੰ ਦੇਖਣ ਕਿ ਅਸੀਂ ਜ਼ਿੰਮੇਵਾਰ ਹੈ। ਜੇ ਪਿਛਲੀਆਂ ਸਰਕਾਰਾਂ ਬਣਵਾਈਆਂ, ਵਰਕਰਾਂ ਨੇ ਬਣਾਈਆਂ, ਅਗਲੀਆਂ ਬਣਾਉਣੀਆਂ ਵਰਕਰ ਬਣਾਉਣਗੇ, ਤੇ ਇਹ ਵਰਕਰ ਹੀ ਜਾਗਣਗੇ ਤਾਂ ਫਿਰ ਮਤਲਬ ਪੰਜਾਬ ਵਾਸੀਆਂ ਦਾ ਭਲਾ ਹੋ ਸਕਦਾ। ਤੇ ਮੈਂ ਵਰਕਰਾਂ ਨੂੰ ਸਾਰਿਆਂ ਨੂੰ ਮਤਲਬ ਜਿਸ ਤਰ੍ਹਾਂ ਦੇ ਜਿਹੜੇ ਮਡੋਕਰ ਬੰਦੇ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਇਹਨਾਂ ਚੀਜ਼ਾਂ ਤੋਂ ਉੱਠਣ, ਇੱਕ ਪੰਜਾਬ ਦੇ ਤੌਰ ਤੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਮਤਲਬ ਇਹ ਹੰਭਲਾ ਮਾਰਨ, ਤੇ ਇਹਨਾਂ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਆਉਣ ਵਾਲੇ ਸਮੇਂ ਵਿੱਚ ਕੋਈ ਮਤਲਬ ਜੇ ਕੋਈ ਨਵਾਂ ਆਪਾਂ ਨੂੰ ਦਿਖਾਈ ਦਿੰਦਾ ਸਿਸਟਮ, ਜਿਹੜਾ ਹੁਣ ਤੱਕ ਦਾ ਤਾਂ ਕੁਝ ਉਮੀਦ ਨਹੀਂ ਹੈਗੀ। ਜੇ ਇਹਨਾਂ ਨੇ ਇਹੀ ਲੋਕਾਂ ਨੇ ਹੁਣ ਤੱਕ ਇਹ ਪੰਜਾਬ ਦੀ ਹਾਲਤ ਕੀਤੀ, ਤਾਂ ਕਿਵੇਂ ਉਮੀਦ ਕਰ ਸਕਦੇ ਆ ਕਿ ਇਹ ਹੋਰ ਗਰੁੱਪ ਬਣਾ ਕੇ ਇਕੱਠੇ ਹੋ ਕੇ ਭਲਾ ਕਰਨਗੇ? ਇਹਨਾਂ ਨੇ ਤਾਂ ਲੁੱਟਣਾ ਹੀ ਹੈ। ਤਾਂ ਇੱਕ ਦੇਖੋ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਚੀਜ਼ਾਂ ਨਵੀਆਂ ਜੇ ਕ੍ਰੀਏਟ ਹੋ ਸਕਣ ਪੰਜਾਬ ਦੇ ਭਲੇ ਵਾਸਤੇ, ਤਾਂ ਉਹਦੇ ਮਗਰ ਮਤਲਬ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ। ਸਰ ਤੁਸੀਂ ਨਵੀਂ ਉਮੀਦ ਦੀ ਗੱਲ ਕੀਤੀ ਹੈ, 2017 ਵਿੱਚ ਵੀ ਇੱਕ ਨਵੀਂ ਉਮੀਦ ਦੇਖੀ ਸੀ ਆਮ ਆਦਮੀ ਪਾਰਟੀ ਦੀ, ਲੇਕਿਨ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਨਹੀਂ, ਜਿਹੜਾ ਅੰਦਰਲਾ ਕਲੇਸ਼ ਸੀ ਉਹਨਾਂ ਦਾ, ਇੱਕ ਦੂਜੇ ਦੀ ਲੱਤ ਖਿੱਚਣ ਵਾਲਾ, ਉਸਨੇ ਉਹ ਸਾਰਾ ਜੋ ਉਮੀਦ ਸੀ, ਸਾਰੀ ਸੁਪਨੇ ਸੀ ਸਾਰੇ, ਉਹ ਤੋੜਤੇ ਪੰਜਾਬੀਆਂ ਦੇ। ਇੱਕ ਉਮੀਦ ਹੋਰ ਨਜ਼ਰ ਆਈ ਸੀ ਨਵਜੋਤ ਸਿੰਘ ਸਿੱਧੂ ਦੇ ਨਾਮ ਦੀ, ਉਹ ਅੱਜ ਕੱਲ੍ਹ 8-9 ਮਹੀਨੇ ਹੋ ਗਏ ਨੇ ਚੁੱਪਚਾਪ ਬੈਠੇ ਨੇ ਸਿੱਧੂ ਸਾਹਿਬ। ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਵਿੱਚ ਹੋਣ, ਕਿਉਂਕਿ ਜੇ ਕਾਂਗਰਸ ਕੁਝ ਲੀਡਰ ਅਜਿਹੇ ਨੇ, GS ਬਾਲੀ ਦੀ ਮੈਂ ਨਾਮ ਲੈ ਕੇ ਗੱਲ ਕਰ ਸਕਦਾ, ਉਹ ਕਹਿੰਦੇ ਵੀ ਜੇ ਅਗਲਾ ਇਲੈਕਸ਼ਨ ਕੈਪਟਨ ਸਾਹਿਬ ਦੇ ਨਾਮ ਤੇ ਲੜਿਆ ਗਿਆ ਤਾਂ ਨਹੀਂ ਜਿੱਤਦੇ, ਤੇ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਐਜ਼ ਅ ਹੋਪ ਦੇਖਦੇ ਹੋ ਜਾਂ ਫਿਰ ਨਹੀਂ?
ਪਹਿਲਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿਆਂ। ਆਪ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦਾ ਆਪਣਾ ਅੰਦਰੂਨੀ ਕਲੇਸ਼ ਕਿਉਂ ਹੋਇਆ? ਅੰਦਰੂਨੀ ਕਲੇਸ਼ ਹੋਇਆ ਪੈਸੇ ਨਾਲ। ਪਹਿਲਾਂ ਕੋਈ ਦਿੱਕਤ ਨਹੀਂ ਸੀ, ਪਾਰਟੀ ਆਈ ਹੈ, ਲੋਕਾਂ ਨੇ ਐਕਸੈਪਟ ਕੀਤੀ, ਲੋਕ ਚਾਹੁੰਦੇ ਸੀਗੇ, ਮਤਲਬ ਬਦਲ ਚਾਹੁੰਦੇ ਸੀ ਲੋਕ, ਪਿਛਲੀ ਵਾਰੀ ਸਾਰਿਆਂ 'ਚ ਵੀ ਚਾਹੁੰਦੇ ਸੀਗੇ। ਐਵੇਂ ਤਾਂ ਨਹੀਂ ਉਹਨਾਂ ਨੇ 14 ਦੇ ਵਿੱਚ 4 MP ਬਣਾਤੇ ਸੀ ਜਾਂ ਮਤਲਬ ਕਿੰਨੀ 32-35% ਵੋਟ ਪਾ ਦਿੱਤੀ ਸੀ। ਫਿਰ ਉਸ ਤੋਂ ਬਾਅਦ ਉਸ ਟਾਈਮ ਵੀ ਲੋਕ ਬਦਲ ਚਾਹੁੰਦੇ ਸੀਗੇ। ਪਰ ਜਦੋਂ ਮਤਲਬ ਇਹ NRI ਲੋਕਾਂ ਦਾ ਹੋਰ ਉਹਨਾਂ ਦਾ ਪੈਸਾ ਇਨਵੋਲਵ ਹੋਇਆ ਤੇ ਉਹ ਲੋਕ ਆਏ ਜਿਨ੍ਹਾਂ ਦੇ ਕਿ ਪੰਜਾਬ ਦੇ ਲੋਕਾਂ ਦੀ ਮੈਂਟੈਲਿਟੀ ਨਹੀਂ ਸਮਝਦੇ, ਉਹਨਾਂ ਲੋਕਾਂ ਨੂੰ ਇਹਨਾਂ ਨੇ ਹੈਡਰ ਬਣਾ ਕੇ ਲਾ ਦਿੱਤਾ। ਤਾਂ ਮਤਲਬ ਉਹਨਾਂ ਨੇ ਦਿਖਾਇਆ ਕੁਝ ਹੋਰ, ਕੀਤਾ ਕੁਝ ਹੋਰ। ਜਿਹੜੇ ਅੱਛੇ ਬੰਦੇ ਸੀ ਉਹਨਾਂ ਨੂੰ ਟਿਕਟਾਂ ਹੀ ਨਹੀਂ ਦਿੱਤੀਆਂ। ਲਾਸਟ ਟਾਈਮ ਤੇ ਆ ਕੇ ਪੈਸਾ ਚੱਲਿਆ, ਪੈਸੇ ਨਾਲ ਉਹਨਾਂ ਨੇ ਪੈਸੇ ਆਪਣੇ ਘਰ ਭਰਿਆ, ਲੈ ਕੇ ਗਏ ਤੇ ਉਹ ਹਾਰਨਾ ਹੀ ਸੀਗਾ। ਜੇ ਉਹ ਮਤਲਬ ਇਮਾਨਦਾਰੀ ਨਾਲ ਜੋ ਏਜੰਡਾ ਲੈ ਕੇ ਆਏ ਸੀ, ਜੇ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕਰਦੇ ਤਾਂ ਬਿਲਕੁਲ ਮਤਲਬ ਸਰਕਾਰ ਉਹਨਾਂ ਦੀ ਬਣਦੀ। ਅੱਜ ਸ਼ਾਇਦ ਪੰਜਾਬ ਦਾ, ਮੈਂ ਸ਼ਾਇਦ ਹੀ ਕਹੂੰਗਾ ਕਿਉਂਕਿ ਉਹਨਾਂ ਦੀ ਕਿਹੜਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਉਹੀ ਕੁਝ ਚੰਗਾ ਕਰਨਾ ਸੀ ਜੋ ਇਹ ਮਤਲਬ ਨਹੀਂ ਕਰ ਰਹੇ ਤੇ ਉਹਨਾਂ ਨੇ ਕਰਨਾ ਸੀ। ਉਹ ਤਾਂ ਬਾਅਦ ਦੀ ਗੱਲ ਹੈ ਜੇ ਕਰਦੇ ਤਾਂ ਉਹ ਮੌਕਾ ਵੀ ਉਹਨਾਂ ਨੇ ਗਵਾ ਕੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੇ ਇੱਕ ਧੋਖਾ ਹੀ ਕੀਤਾ ਮੈਂ ਕਹਾਂਗਾ। ਕਿਉਂਕਿ ਜੇ ਅਸੀਂ ਆਪਦੀ ਲੜਾਈ ਦੇ ਵਿੱਚ ਉਹ ਮੌਕਾ ਗਵਾ ਦਿੰਦੇ ਹਾਂ ਜਿਹਦੇ 'ਚ ਅਸੀਂ ਕਿਸੇ ਦਾ ਭਲਾ ਕਰ ਸਕਦੇ ਹਾਂ, ਇਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸਘਾਤ ਹੈ ਜਿਹੜਾ ਕਿ ਇੱਕ ਵਾਰੀ ਉਹ ਸ਼ਾਇਦ ਫੇਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੇ ਪਤਾ ਨਹੀਂ ਮੈਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਅੱਜ ਇਹਦੇ ਤੇ ਜ਼ਿਆਦਾ ਗੱਲ ਕਰਨੀ ਜਿਹੜੀ ਉਹ ਠੀਕ ਨਹੀਂ ਹੋਊਗੀ। ਪਰ ਜਿੱਥੋਂ ਤੱਕ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਇਹ ਜਿਹੜੀ ਸਿਸਟਮ ਜੇ ਅੱਜ ਮੈਂ ਤੁਹਾਡੇ ਕੋਲ ਬੈਠਾ ਹੈਗਾ ਤਾਂ ਇਹਦੀ ਜਿਹੜੀ ਬੂਟਾ ਲੱਗਿਆ, ਇਹਦੀ ਜਿਹੜੀ ਪਹਿਲੀ ਜੜ ਲੱਗੀ ਹੈ ਜਾਂ ਇਹਦਾ ਬੀਜ ਜਿਹੜਾ ਸੀਗਾ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਨਾਲ ਹੀ ਲੱਗਿਆ ਹੋਇਆ। ਮੈਂ ਉੱਥੇ ਡਿਪਾਰਟਮੈਂਟ 'ਚ ਨੌਕਰੀ ਸੀ, ਉਹਦੇ 'ਚ ਕਰਦਾ, ਉੱਥੋਂ ਇਹ ਗੱਲ ਉੱਠੀ, ਮੈਂ ਇਨਕੁਆਇਰੀ ਕੀਤੀ, ਇਨਕੁਆਇਰੀ 'ਚ ਮੰਤਰੀ ਦਾ ਨਾਮ ਆ ਗਿਆ, ਅਫਸਰਾਂ ਦਾ ਨਾਮ ਆ ਗਿਆ। ਤਾਂ ਇਹ ਉਹਨਾਂ ਦੀ ਕਰਜ਼ੀ ਸੀ ਕਿ ਜਿਹੜੀ ਕਿ ਮਤਲਬ ਮੈਂ ਇਹ ਜਿਹੜੀ ਇਮਾਨਦਾਰੀ ਨਾਲ ਇਹ ਕੀਤਾ, ਮੈਂ ਉਹਨਾਂ ਦੀ ਹਿੰਮਤ ਕਰਕੇ, ਉਹਨਾਂ ਦੀ ਸਰਪ੍ਰਸਤੀ ਕਰਕੇ ਇਹ ਚੀਜ਼ ਕੀਤੀ ਸੀ। ਪਰ ਉਸ ਤੋਂ ਬਾਅਦ ਜੋ ਹਾਲਾਤ ਬਣੇ, ਜਿਹੜੇ ਨੈਗੇਟਿਵ ਲੋਕ ਸੀ ਜਾਂ ਕਰਪਟ ਲੋਕ ਸੀ ਉਹ ਇੰਨੇ ਤਗੜੇ ਸੀ ਕਿ ਉਹਨਾਂ ਨੂੰ ਵੀ ਡਿਪਾਰਟਮੈਂਟ ਚੇਂਜ ਕਰਾ ਦਿੱਤਾ, ਮੇਰੀ ਵੀ ਉੱਥੋਂ ਬਦਲੀ ਕਰਾ ਦਿੱਤੀ। ਹੁਣ ਮੈਂ ਇਹ ਕਹਿੰਦਾ ਵੀ ਜਦੋਂ ਦਾ ਮੈਂ ਸਫ਼ਰ ਕਰ ਰਿਹਾ ਉਦੋਂ ਦੇ ਹੀ ਉਹ ਸਫ਼ਰ ਕਰ ਰਹੇ ਆ ਤੇ ਚੁੱਪ ਜਿਹੜੇ ਹੈਗੇ ਆ ਉਹਦੇ ਕੀ ਕਾਰਨ ਹੈ ਉਹਦੇ ਬਾਰੇ ਮੈਂ ਹੁਣ ਅਜੇ ਫਿਲਹਾਲ ਕੋਈ ਟਿੱਪਣੀ ਨਹੀਂ ਕਰੂੰਗਾ। ਜੋ ਉਹਦੇ ਕਾਰਨ ਤਾਂ ਲੋਕਾਂ ਦੇ ਸਾਹਮਣੇ ਆ ਹੀ ਜਾਣਗੇ ਆਉਣ ਵਾਲੇ ਸਮੇਂ ਵਿੱਚ। ਕਿਤੇ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਤਾਂ ਨਹੀਂ? ਕੁਝ ਵੀ ਕਿਹਾ ਜਾ ਸਕਦਾ। ਮੈਂ ਕਹਿੰਦਾ ਵੀ ਪ੍ਰਮਾਤਮਾ ਕਰੇ ਕਿ ਉਹ ਤੂਫਾਨ ਜਿਹੜਾ ਹੈਗਾ ਹੁਣ ਆ ਜਾਵੇ, ਕਿਉਂਕਿ ਅਜੇ ਟਾਈਮ ਸਾਲ ਡੇਢ ਸਾਲ ਬਾਕੀ ਆ। ਸਰਦਾਰ ਨਵਜੋਤ ਸਿੰਘ ਸਿੱਧੂ ਜੇ ਤਕੜੇ ਹੋ ਕੇ ਆਉਂਦੇ ਆ, ਉਹ 200% ਜਿਹੜਾ ਇਹ ਕੇਸ ਹੈਗਾ ਸਭ ਤੋਂ ਪਹਿਲਾਂ ਤਾਂ ਇਹਨੂੰ ਚੱਕਣਗੇ। ਇਹ ਕਦੇ ਵੀ ਨਹੀਂ ਹੋ ਸਕਦਾ ਕਿ ਉਸ ਕਰੈਕਟਰ ਵਾਲੇ ਬੰਦੇ ਤੋਂ ਆਪਾਂ ਇਹ ਉਮੀਦ ਕਰੀਏ ਕਿ ਜਿਹੜਾ ਬੂਟਾ ਉਹਨੇ ਆਪ ਲਾਇਆ ਹੋਵੇ ਤੇ ਉਹਨੂੰ ਉਹ ਮੁਰਝਾਉਣ ਦੇਵੇ ਜਾਂ ਉਹਨੂੰ ਬਚਣ ਦੇਵੇ। ਤੇ ਪ੍ਰਮਾਤਮਾ ਕਰੇ ਕਿ ਉਹ ਤਕੜੇ ਹੋ ਕੇ ਆਉਣ ਇਸ ਸਿਸਟਮ ਦੇ ਵਿੱਚ। ਲੋਕਾਂ ਨੂੰ ਅਜੇ ਉਹਨਾਂ ਤੋਂ ਬਹੁਤ ਉਮੀਦ ਹੈ ਤੇ ਜੇ ਉਹ ਕਰਨਗੇ ਕੁਛ ਤਾਂ ਦਿਖਾਈ ਦੇ ਜੂਗਾ। ਨਹੀਂ ਤਾਂ ਫਿਰ ਜੇ ਆਉਣ ਵਾਲੇ ਸਾਲ ਦੇ ਵਿੱਚ ਵੀ ਜੇ ਉਹਨਾਂ ਨੇ ਕੋਈ ਆਪਣਾ ਤਕੜੇ ਹੋ ਕੇ ਕੋਈ ਕੰਮ ਨਾ ਕੀਤਾ ਜਾਂ ਮਤਲਬ ਆਉਣ ਵਾਲੇ ਲੋਕਾਂ ਵਿੱਚ ਸਮੇਂ ਵਿੱਚ ਲੋਕਾਂ ਦੀਆਂ ਉਮੀਦਾਂ ਤੇ ਨਿੱਤਰਦੇ ਨਾ ਦਿਖਾਈ ਦਿੱਤੇ ਤੇ ਪੰਜਾਬ ਦੇ ਲੋਕ ਤਾਂ ਬੜੇ ਸਪਸ਼ਟ ਹੈ। ਫਿਰ ਮਤਲਬ ਇਹ ਕਿਸੇ ਨਾਲ ਮਤਲਬ ਲਿਹਾਜ਼ ਨਹੀਂ ਕਰਦੇ। ਇਹ ਉਹਨਾਂ ਦੇ ਸਿਰ ਤੇ ਕਿ ਉਹਨਾਂ ਨੇ ਕੀ ਲੈਣਾ। ਅਸੀਂ ਕੰਮ ਨਾ ਕਰਾਂਗੇ ਕਿ ਇਹੋ ਜਿਹੇ ਬੰਦੇ ਜੇ ਠੀਕ ਕਾਮਯਾਬ ਹੋ ਜਾਣ ਤਾਂ ਸ਼ਾਇਦ ਪੰਜਾਬ ਦਾ ਕੋਈ ਭਲਾ ਹੋਵੇ। ਸਰ ਅੱਗੇ ਵਧਾਂਗੇ। ਪੰਜਾਬ ਪੁਲਿਸ ਚਰਚਾ ਦੇ ਵਿੱਚ ਰਹਿੰਦੀ ਹੈ, ਮਤਲਬ ਗੱਲ ਕੋਈ ਵੀ ਹੋਵੇ, ਚੰਗੀ ਹੋਵੇ ਮਾੜੀ ਹੋਵੇ। ਪੰਜਾਬ ਪੁਲਿਸ 'ਤੇ ਇਲਜ਼ਾਮ ਲੱਗੇ ਵੀ ਤਸ਼ੱਦਦ ਵੀ ਬੜੀ ਕਰਦੀ ਹੈ ਜੀ, ਕੁੱਟਮਾਰ ਬੜੀ ਕਰਦੀ ਹੈ। ਤੇ ਅੱਜ ਕੱਲ੍ਹ ਚਰਚਾ ਵਿੱਚ ਹੈਗੀ ਹੈ ਵੀ ਸਮਾਜ ਸੇਵਾ ਬੜੀ ਹੋ ਰਹੀ ਹੈ। ਕੁਝ ਮੁਲਾਜ਼ਮ ਨੇ ਜੋ ਬੜੇ ਸਮਾਜ ਸੇਵਾ ਕਰ ਰਹੇ ਨੇ। ਤੇ ਤੁਸੀਂ ਜਿਹੜੀ ਹੁਣ ਪੰਜਾਬੀਅਤ ਦੀ ਗੱਲ ਕਰ ਰਹੇ ਹੋ, ਸੇਖੋਂ ਸਾਹਿਬ ਨੇ ਕਦੇ ਸੋਚਿਆ ਨਹੀਂ ਕਿ ਮੈਂ ਵੀ ਉਹਨਾਂ ਦੀ ਤਰ੍ਹਾਂ ਸਮਾਜ ਸੇਵਾ ਕਰਾਂ? ਦੇਖੋ ਜੀ, ਮੇਰੀ ਤਾਂ ਹੁਣ ਸਮਾਜ ਸੇਵਾ ਧੱਕੇ ਨਾਲ ਸਟਾਰਟ ਹੋ ਗਈ। ਪਹਿਲੀ ਗੱਲ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂਗਾ, ਜਦੋਂ ਮੈਂ ਇਹ ਸਿਸਟਮ ਦੇ ਵਿੱਚੋਂ ਪਾਸੇ ਹੋ ਕੇ ਆ ਗਿਆ ਤੇ ਜੇ ਜਿਹੜੀ ਗੱਲ ਮੈਂ ਅੱਜ ਕਰ ਰਿਹਾ ਜੇ ਇਹ ਗੱਲ ਤੇ ਪੰਜਾਬ ਦੇ ਲੋਕ ਅਮਲ ਕਰਨ ਆਉਣ ਵਾਲੇ ਸਮੇਂ 'ਚ, ਇਸ ਤੋਂ ਵੱਡੀ ਸਮਾਜ ਸੇਵਾ ਹੋ ਕਿਹੜੀ ਸਕਦੀ? ਨਹੀਂ, ਮੈਂ ਦੂਜੀ ਸਮਾਜ ਸੇਵਾ ਦੀ ਗੱਲ ਕਰ ਰਿਹਾ ਜਿਹੜੀ ਮੁਲਾਜ਼ਮ ਕਰ ਰਹੇ ਨੇ। ਉਹ ਮੁਲਾਜ਼ਮ ਜਿਹੜੀ ਸਮਾਜ ਸੇਵਾ ਕਰ ਰਹੇ ਆ, ਦੇਖੋ ਸਮਾਜ ਸੇਵਾ ਤਾਂ ਕੋਈ ਕਰਨੀ ਮਾੜੀ ਨਹੀਂ ਹੁੰਦੀ, ਪਰ ਇਹ ਹੁੰਦਾ ਵੀ ਤੁਸੀਂ ਉਹਦੇ ਵਾਸਤੇ ਅਥੋਰਾਈਜ਼ਡ ਹੈਗੇ ਆ ਜਾਂ ਨਹੀਂ ਹੈਗੇ। ਮੈਂ ਅੱਗੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇਹ ਡਿਸਪਲਿਨ ਫੋਰਸ ਹੈ ਤੇ ਮੈਨੂੰ ਨਹੀਂ, ਮੇਰੀ ਨੌਲੇਜ 'ਚ ਇਹ ਚੀਜ਼ ਹੈਗੀ ਕਿ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਸਿਸਟਮ ਹੋਵੇ ਕਿ ਅਸੀਂ ਇੱਕ ਆਫੀਸਰ, ਹੁਣ ਮੇਰੇ ਤੇ ਇਹੀ ਇਲਜ਼ਾਮ ਨੇ ਨਾ ਵੀ ਪ੍ਰੈਸ 'ਚ ਅੱਗੇ ਬੋਲ ਰਿਹਾ ਜਾਂ ਮਤਲਬ ਆਮ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਂਦਾ, ਠੀਕ ਹੈ, ਇਹ ਇੱਕ ਇਲਜ਼ਾਮ ਹੈ। ਤੇ ਮਤਲਬ ਇਹ ਸੇਮ ਉਹ ਗੱਲ ਬੈਸਟ ਗੱਲ ਭਾਵੇਂ ਚੰਗੀ ਹੋਵੇ, ਗੱਲ ਭਾਵੇਂ ਬੁਰੀ ਹੋਵੇ, ਸੱਚੀ ਹੋਵੇ ਜਾਂ ਕੌੜੀ ਹੋਵੇ, ਉਹਨੂੰ ਪਬਲਿਕ ਦੀ ਕਚਹਿਰੀ ਵਿੱਚ ਲਿਜਾਣ ਵਾਸਤੇ ਪੰਜਾਬ ਪੁਲਿਸ ਅਥੋਰਾਈਜ਼ਡ ਨਹੀਂ ਹੈਗੀ। ਤੋ ਜਿਹੜਾ ਇਹ ਸਿਸਟਮ ਇਹਨਾਂ ਨੇ ਬਣਾਇਆ ਹੈ, ਇਹਦੇ ਪਿੱਛੇ ਕੀ ਰਾਜ਼ ਨੇ, ਕੀ ਇਹਦੇ ਪਿੱਛੇ ਸਟੋਰੀ ਹੈ, ਕੀ ਇਹਦੇ ਬੈਨੀਫਿਟ ਲਏ ਜਾਣੇ ਹੈ ਜਾਂ ਕੀ ਮਤਲਬ ਇਹਦੇ ਪਿੱਛੇ ਮਤਲਬ ਜੋ ਵੀ ਗੇਮ ਹੈ ਉਹ ਅਜੇ ਮਤਲਬ ਉਹਦੇ ਬਾਰੇ ਕੋਈ ਟਿੱਪਣੀ ਫਿਲਹਾਲ ਕਰਨੀ ਵਾਜਬ ਨਹੀਂ ਹੋਊਗੀ। ਪਰ ਇੰਨਾ ਮੈਂ ਜ਼ਰੂਰ ਕਹਿ ਸਕਦਾ ਕਿ ਮਤਲਬ ਇਹ ਕੰਮ ਪੁਲਿਸ ਦਾ ਨਹੀਂ ਹੈਗਾ, ਇਹ ਸਮਾਜ ਸੇਵੀ ਜਿਹੜੀਆਂ ਹੈਗੀਆਂ ਸੰਸਥਾਵਾਂ ਹੈ ਉਹਨਾਂ ਨੂੰ ਹੀ ਕਰ ਲੈਣਾ ਚਾਹੀਦਾ। ਉਹਨਾਂ ਦਾ ਵੀ ਜਿਹੜਾ ਕੰਮ ਹੈ ਸਮਾਜ ਸੇਵੀ ਸੰਸਥਾਵਾਂ ਦਾ ਕੰਮ ਇਹ ਨਹੀਂ ਹੈ ਕਿ ਲੋਕ NRIਆਂ ਤੋਂ ਪੈਸੇ ਇਕੱਠੇ ਕਰਨੇ ਤੇ ਇੱਥੇ ਆ ਕੇ ਲੋਕਾਂ ਦੇ ਕੰਮ ਕਰਨੇ। ਇਹ ਗਲਤ ਗੱਲ ਹੈ। ਇਹ ਅਸੀਂ ਇੱਕ ਹੋਰ ਆਪਣੇ ਪੰਜਾਬ ਸਟੇਟ ਨੂੰ ਮਤਲਬ ਭਿਖਾਰੀ ਬਣਾ ਰਹੇ ਹਾਂ। ਜਦੋਂ ਅਸੀਂ ਟੈਕਸ ਇਹਨਾਂ ਗੌਰਮੈਂਟਾਂ ਨੂੰ ਦਿੰਦੇ ਹਾਂ, ਅਸੀਂ ਆਪਣੇ 100 ਚੋਂ 80 ਰੁਪਏ ਇਹਨਾਂ ਨੂੰ ਦੇ ਰਹੇ ਹਾਂ, 20 ਰੁਪਏ ਦਾ ਸਾਨੂੰ ਸਮਾਨ ਆਉਂਦਾ, 80 ਰੁਪਏ ਵੱਖ-ਵੱਖ ਟੈਕਸਾਂ 'ਚ ਉੱਡ ਜਾਂਦੇ ਆ, ਠੀਕ ਹੈ। ਕਹਿਣ ਨੂੰ ਇਹ ਕਹਿੰਦੇ ਆ ਵੀ ਆ 30% ਆ ਜਾਂ 28% GST ਹੈ, ਜੇ ਸਾਰੇ ਗਿਣੋ ਤਾਂ 70-80% ਟੈਕਸ ਹੀ ਗੌਰਮੈਂਟਾਂ ਲੈਂਦੀਆਂ। ਇਹਨਾਂ ਟੈਕਸ ਦੇਣ ਦੇ ਬਾਵਜੂਦ ਅਸੀਂ NRIਆਂ ਦੇ ਮੂੰਹ ਵੱਲ ਕਿਉਂ ਝਾਕੀਏ? ਫਿਰ ਇਹਨਾਂ ਨੂੰ ਅਸੀਂ ਕਿਉਂ ਸਿਲੈਕਟ ਕੀਤਾ ਹੋਇਆ, ਕਿਉਂ ਇਲੈਕਟ ਕੀਤਾ ਹੋਇਆ? ਮਤਲਬ ਗੌਰਮੈਂਟ ਕਿਉਂ ਨਾ ਕਰੇ? NGO ਜਿਹੜੇ ਹੈਗੇ ਆ ਜਾਂ ਜਿਹੜੇ ਉਹ ਲੋਕ ਨੇ ਜੋ ਅੱਜ ਮੈਂ ਇਹ ਗੱਲ ਕਰ ਰਿਹਾ, ਉਹ ਇਹੀ ਹੈ ਕਿ ਇਹ ਸਰਕਾਰ ਕਿਉਂ ਨਾ ਕਰੇ? ਇਹ ਫਿਰ ਹੋਰ ਕੀ ਕਰਨ?
ਫਿਰ ਇਹ ਪੈਸੇ ਨਾਲ ਐਸ਼ੀਆਂ ਕਰਨ, ਇਹ ਪੈਸੇ ਨਾਲ ਮਤਲਬ ਆਪਣੇ ਗੱਡੀ ਮੈਂ ਤੁਹਾਡੀ ਗੱਲ ਟੋਕਾਂਗਾ, ਲੇਕਿਨ ਜੇ ਬਾਈ ਚਾਂਸ ਇਹ ਐਨਜੀਓਜ਼ ਨਾ ਹੁੰਦੀਆਂ, ਤੁਸੀਂ ਕਹਿ ਰਹੇ ਹੋ ਸਰਕਾਰ ਕੀ ਕਰੇ, ਜੇ ਐਨਜੀਓਜ਼ ਨਾ ਹੁੰਦੀਆਂ ਕਰੋਨਾ ਕਾਲ ਦੇ ਵਿੱਚ ਮੇਰੇ ਖਿਆਲ 'ਚ ਕਰੋਨਾ ਨਾਲ ਇੰਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਭੁੱਖਮਰੀ ਦੇ ਨਾਲ ਹੋ ਜਾਣੀਆਂ ਸੀ ਜੇ ਐਨਜੀਓਜ਼ ਨਾ ਹੁੰਦੀਆਂ। ਨਹੀਂ, ਇਹ ਪੰਜਾਬੀਆਂ ਦਾ ਕਰੈਕਟਰ ਹੈ। ਤੁਸੀਂ ਇੰਡੀਆ ਦੇ ਵਿੱਚ ਹੋਰ ਦੇਖ ਲਓ ਕਿੰਨਾ ਮਤਲਬ ਮੈਂ ਨਹੀਂ ਕਹਿੰਦਾ ਕਿ ਇੰਡੀਆ 'ਚ ਹੋਰ ਨਹੀਂ ਹੋ ਰਿਹਾ ਪਰ ਪੰਜਾਬੀ ਦਾ ਇੱਕ ਵੱਖਰਾ ਮਤਲਬ ਖੂਨ ਹੈ, ਕਲਚਰ ਹੈ। ਇਹ ਲੋਕ ਮਤਲਬ ਤੁਸੀਂ ਰੋਕੋਗੇ ਤਾਂ ਵੀ ਕਰਨਗੇ, ਇਹ ਚੰਗੀ ਗੱਲ ਹੈ। ਤੇ ਸਰਕਾਰਾਂ ਦਾ ਰੋਲ ਤਾਂ ਇਹਦੇ ਵਿੱਚ ਇੰਨਾ ਨੈਗੇਟਿਵ ਰਿਹਾ। ਕਰੋਨਾ ਨੂੰ ਤਾਂ ਕਮਾਈ ਦਾ ਸਾਧਨ ਬਣਾਇਆ ਹੋਇਆ। 70,000 ਟਨ ਜਿਹੜਾ ਸੀਗਾ ਪਹਿਲਾਂ ਅਨਾਜ ਸਰਕਾਰੀ ਆਇਆ, ਉਹ 90% ਖਾਧਾ ਗਿਆ। ਠੀਕ ਹੈ, ਸਭ ਹਰੇਕ ਨੂੰ ਸ਼ਰੇਆਮ ਪਤਾ ਕਿੱਥੇ ਕਿੱਥੇ ਰੌਲਾ ਪੈ ਲਿਆ, ਕੋਈ ਉਹਦੀ ਸੁਣਵਾਈ ਨਹੀਂ। 40 ਲੱਖ ਟਨ ਹੁਣ ਹੋ ਰਿਹਾ ਪਿਆ, ਕੋਈ ਉਹਨਾਂ ਦੇ ਟੈਂਡਰ ਨਹੀਂ, ਕੋਈ ਕੁਛ ਨਹੀਂ। ਮਤਲਬ ਇਹ ਜਿਹੜਾ ਮਿਨਿਸਟਰ ਫੂਡ ਸਪਲਾਈ ਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨੇ ਮਤਲਬ ਇਹ ਪੈਸਾ ਪਚੂਗਾ ਕਿਵੇਂ, ਇਹ ਮਤਲਬ ਹਜਮ ਬਾਕੀ ਇਕੱਲਾ ਨਹੀਂ ਹੋ, ਇਹ ਵੀ ਮੈਂ ਨਾਲ ਦੱਸ ਦਿਆਂ ਵੀ ਉਹ ਜੇ ਇਕੱਲਾ ਹੋਵੇ ਤਾਂ ਦੇ ਤਾਂ ਸਭ ਨੂੰ ਰਿਹਾ। ਤਾਂ ਇਹ ਸਾਰਾ ਹੀ ਪੈਸਾ ਜਿਹੜਾ ਜਿੱਥੇ ਜਿੱਥੇ ਵੀ ਜਾਊਗਾ, ਜ਼ਹਿਰ ਜਿੱਥੇ ਜਾਊਗਾ, ਉਹਨਾਂ ਦੀਆਂ ਔਲਾਦਾਂ, ਉਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਹੈਗਾ, ਇਹ ਪੰਜਾਬ ਦੇ ਲੋਕ ਵੇਖਣਗੇ ਕਿ ਇਹ ਪੈਸਾ ਖਾ ਕੇ ਜੇ ਕਰੋਨਾ ਦੇ ਟਾਈਮ ਦੇ ਵਿੱਚ ਜਿਹੜਾ ਮਤਲਬ ਇਹ ਕੰਮ, ਇਹ ਪਾਪ ਇਹਨਾਂ ਨੇ ਕੀਤਾ, ਇਹਦੇ ਫਲ ਜਿਹੜੇ ਇੱਥੇ ਜਿਉਂਦੇ ਜਾਗਦੇ ਆਉਣ ਵਾਲੇ ਥੋੜੇ ਸਮਾਂ ਦੇ ਵਿੱਚ ਹੀ ਪੰਜਾਬ ਦੇ ਲੋਕ ਵੇਖਣਗੇ। ਸਿਰਫ ਕਰੋਨਾ ਕਾਲ 'ਚ ਪੈਸਾ ਖਾਇਆ ਜੀ, ਪਹਿਲਾਂ ਅੱਗੇ ਪਿੱਛੇ ਨਹੀਂ ਖਾਇਆ? ਅੱਗੇ ਪਿੱਛੇ ਵੀ ਖਾਂਦੇ ਆ। ਮਤਲਬ ਮੈਂ ਤਾਂ ਗੱਲ ਕਰਨੀ ਵੀ ਕਰੋਨਾ ਕਾਲ ਵਿੱਚ ਤਾਂ ਬਖਸ਼ ਦੇਣਾ ਚਾਹੀਦਾ ਸੀਗਾ। ਇਹਦੇ ਵਿੱਚ ਤਾਂ ਇੱਕ ਪ੍ਰਮਾਤਮਾ ਨੇ ਇੱਕ ਮਹਾਮਾਰੀ ਕਰੋਪੀ ਚੱਲ ਰਹੀ ਹੈ, ਕਿੰਨੇ ਕੁ ਪੈਸੇ ਚਾਹੀਦੇ ਜ਼ਿੰਦਗੀ ਜਿਉਣ ਵਾਸਤੇ। ਠੀਕ ਹੈ, ਜੇ ਪਹਿਲਾਂ ਕਰਪਸ਼ਨ ਕਰਨਾ ਉਹਨਾਂ ਨਾਲ ਢਿੱਡ ਨਹੀਂ ਭਰਿਆ ਤਾਂ ਹੁਣ ਕੀ ਹੋ ਜਾਊਗਾ। ਸਰ ਮੇਰਾ ਵਿੱਚ ਸਵਾਲ ਰਹਿ ਗਿਆ, ਅਸੀਂ ਕਰ ਰਹੇ ਸੀ ਸਮਾਜ ਸੇਵੀਆਂ ਦੀ ਗੱਲ। ਤੁਸੀਂ ਕਰੀਬ 3 ਦਹਾਕੇ ਪੁਲਿਸ ਦੇ ਵਿੱਚ ਰਹੇ ਹੋ, ਹੁਣ ਸਸਪੈਂਡ ਤੁਸੀਂ ਚੱਲ ਰਹੇ ਹੋ। ਕੀ ਕੋਈ ਅਜਿਹੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਡਿਪਾਰਟਮੈਂਟ ਵੱਲੋਂ ਜੇ ਤੁਸੀਂ NGO ਚਲਾਉਣੀ ਹੈ, ਜਾਂ ਫਿਰ ਪੁਲਿਸ ਮੁਲਾਜ਼ਮ ਜਦੋਂ ਡਿਊਟੀ 'ਤੇ ਹੈ ਉਹ ਚਲਾ ਸਕਦਾ ਹੈ? ਨਹੀਂ, ਉਹ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਪੁਲਿਸ ਮੁਲਾਜ਼ਮ ਕੋਈ ਐਸੀ ਪ੍ਰੋਵੀਜ਼ਨ ਮੇਰੇ ਧਿਆਨ 'ਚ ਵੀ ਐਡੀ ਲੰਬੀ ਨੌਕਰੀ ਵਿੱਚ ਨਾ ਤਾਂ ਕਦੇ ਸੁਣਿਆ ਹੈ ਇੱਕ ਚੀਜ਼, ਨਾ ਹੀ ਇਹ ਲਾਅ ਐਂਡ ਆਰਡਰ ਜਿਹੜੀ ਸੰਸਥਾ ਹੈਗੀ ਹੈ ਉਹਦਾ ਇਹ ਕੰਮ ਹੈ। ਹੋਰ ਸਿਵਲ ਦੇ ਡਿਪਾਰਟਮੈਂਟ ਹੈਗੇ ਆ ਉੱਥੇ, ਮਤਲਬ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ, ਕੁਝ ਹੋਰ ਚੀਜ਼ਾਂ ਹੋਣਗੀਆਂ ਜਿਹੜੀਆਂ ਜਿਹਦੇ ਥਰੂ ਸਰਕਾਰ ਇਹ ਚੀਜ਼ਾਂ ਕਰ ਸਕਦੀ ਹੈ। ਪੁਲਿਸ ਦੇ ਥਰੂ ਤਾਂ ਮਤਲਬ ਜਿਹੜੇ ਜਿਸ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਸੰਭਾਲਣਾ ਜਾਂ ਉਹ ਸਖਤੀ ਕਰਕੇ ਕਿਸੇ ਚੀਜ਼ ਨੂੰ ਲਾਗੂ ਕਰਨਾ ਕਾਨੂੰਨਾਂ ਨੂੰ, ਉਹਨਾਂ ਨੂੰ ਜੇ ਭੰਗੜੇ ਪਵਾ ਕੇ ਤੇ ਜੇ ਇਸ ਤਰ੍ਹਾਂ ਮਤਲਬ ਲੋਕਾਂ ਅੱਗੇ ਰੋਂਦਿਆਂ ਵਿਖਾ ਕੇ ਤੁਸੀਂ ਮਤਲਬ ਕੋਈ ਸਿੰਪਥੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਮਤਲਬ ਇਹਦਾ ਹੋਰ ਫਾਇਦਾ ਤਾਂ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ। ਪੁਲਿਸ ਦਾ ਬੇੜਾ ਜਿਹੜਾ ਗਰਕ ਪਹਿਲਾਂ ਹੋਇਆ ਹੋਇਆ, ਜਿਹੜਾ ਬਾਕੀ ਦਾ ਰਹਿੰਦਾ ਖੁੰਦਾ ਉਹ ਵੀ ਹੋ ਜਾਊਗਾ। ਸਰ ਤੁਸੀਂ ਸਮਾਜ ਸੇਵਾ ਦੀ ਅਸੀਂ ਗੱਲ ਕਰ ਰਹੇ ਹਾਂ। ਇੱਕ ਮੇਜਰ ਸਿੰਘ ਸੰਧੂ ਨੇ UK ਤੋਂ ਪੱਤਰਕਾਰ ਨੇ, ਉਹਨਾਂ ਨੇ ਇੱਕ ਵੱਡੇ ਸਮਾਜ ਸੇਵੀ ਦਾ ਨਾਮ ਲੈ ਕੇ ਕਈ ਸਵਾਲ ਖੜੇ ਕੀਤੇ ਨੇ। ਮੇਰੇ ਖਿਆਲ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ, ਤੁਸੀਂ ਉਸ ਬਾਰੇ ਕੀ ਕਹੋਗੇ? ਚੰਡੀਗੜ੍ਹ ਕੋਠੀ ਉਹਨਾਂ ਦੀ ਸਮਾਜ ਸੇਵੀ ਦੀ, ਮੇਰੇ ਖਿਆਲ ਦੁਬਈ ਦੇ ਵਿੱਚ ਉਹ ਰਹਿੰਦੇ ਨੇ। ਹਾਂਜੀ, ਮੈਂ ਇੱਕ ਪਿਛਲੀ ਇੰਟਰਵਿਊ ਵਿੱਚ ਵੀ ਗੱਲ ਕੀਤੀ ਸੀ। ਗੱਲ ਮੈਂ ਤਾਂ ਕੀਤੀ ਸੀ ਕਿ ਮੈਂ ਇੰਟਰਵਿਊ ਪੂਰੀ ਸੁਣੀ ਸੀ ਤੇ ਉਹਨੇ ਮੇਜਰ ਸਿੰਘ ਸੰਧੂ ਨੇ ਇਲਜ਼ਾਮ ਨਹੀਂ ਲਾਏ। ਮੈਂ ਪਿਛਲੀ ਵਾਰੀ ਉਦੋਂ ਸ਼ਾਇਦ ਇਹ ਗੱਲ ਨਹੀਂ ਕਹੀ ਸੀ, ਮੈਂ ਹੁਣ ਦੱਸਦਾ ਕਿ ਉਹਨੇ ਇਲਜ਼ਾਮ ਨਹੀਂ ਲਾਏ, ਉਹਨੇ ਸਵਾਲ ਕੀਤੇ। ਇਲਜ਼ਾਮ ਤੇ ਸਵਾਲਾਂ 'ਚ ਫਰਕ ਹੁੰਦਾ ਹੈ। ਸਵਾਲ ਹੁੰਦੇ ਆ ਉਹਦੇ ਤੇ ਐਵੀਡੈਂਸ ਤੇ, ਐਵੀਡੈਂਸ ਉਹਨੇ ਵਿੱਚ ਦਿੱਤੀ ਹੈ। ਤਾਂ ਉਹ ਮਤਲਬ ਜੇ ਕੋਈ ਕਿਸੇ ਤੇ ਇਲਜ਼ਾਮ ਲਾਉਂਦਾ, ਇਲਜ਼ਾਮ ਫਿਰ ਮੈਂ ਗਲਤ ਕਹਿੰਦਾ, ਸਵਾਲ ਕਰਦਾ ਤਾਂ ਉਹਦਾ ਫਰਜ਼ ਬਣਦਾ। ਉਹ ਬਾਹਰ ਬੈਠਾ, ਉਹਨੇ ਅਪੀਲ ਕੀਤੀ ਸੀ ਆਪਣੇ ਪੰਜਾਬ ਦੇ ਬਾਈ ਨੇਮ ਮੀਡੀਆ ਨੂੰ, ਨਾਮ ਲੈ ਕੇ ਸਾਰੇ ਜਿਹੜੇ ਵੱਡੇ ਇੱਥੋਂ ਦੇ ਮੀਡੀਆ ਹਾਊਸ ਨੇ, ਵੀ ਤੁਸੀਂ ਮਤਲਬ ਮੇਰੇ ਬਿਹਾਫ ਤੇ ਇਹ ਕੁਐਸਚਨ ਪੁੱਛੋ ਉਹਨਾਂ ਤੋਂ, ਤੇ ਮੈਨੂੰ ਲੋੜ ਹੈ ਤੇ ਕਿਤੇ ਲਾਈਵ ਤੇ ਲੈਣਾ ਜਾਂ ਜਿਵੇਂ ਵੀ ਮੈਂ ਅਵੇਲੇਬਲ ਹੈਗਾ। ਤਾਂ ਅੱਜ ਤੱਕ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ। ਤੇ ਮਤਲਬ ਇਹ ਇੱਕ ਬਹੁਤ ਮੰਦਭਾਗੀ ਘਟਨਾ ਹੈ। ਜੇ ਇੱਕ ਬੰਦਾ ਦੱਸ ਰਿਹਾ ਹੈ ਔਰ ਐਵੀਡੈਂਸ ਤੇ ਦੱਸ ਰਿਹਾ ਹੈ ਤੇ ਤੁਸੀਂ ਉਹਦੇ ਸਵਾਲਾਂ ਨੂੰ, ਤੁਸੀਂ ਤਾਂ ਕੁਝ ਕਰਨਾ ਹੀ ਨਹੀਂ। ਸਵਾਲ ਉਹਨੇ ਖੜੇ ਕਰਤੇ, ਤੁਸੀਂ ਜਵਾਬ ਮੰਗਣਾ। ਤੁਸੀਂ ਜਵਾਬ ਤਾਂ ਮੰਗ ਸਕਦੇ ਹੋ, ਠੀਕ ਹੈ। ਜੇ ਜਵਾਬ ਦੇਣਗੇ ਉਹ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਦੇਣਗੇ ਤਾਂ ਲੋਕਾਂ ਨੂੰ ਦੱਸ ਦਿਓ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਸਵਾਲ ਜਿਸ ਬੰਦੇ ਨੇ ਮੇਨ ਸਟ੍ਰੀਮ 'ਚ ਕੰਮ ਕਰਨਾ ਹੈ, ਕੋਈ ਪਬਲਿਕ ਦੀ ਸੇਵਾ ਕਰਨੀ ਹੈ, ਕੋਈ ਪੋਲਿਟਿਕਸ ਕਰਨੀ ਹੈ, ਉਹਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਤਾਂ ਦੇਣਾ ਹੀ ਪਊਗਾ। ਜੇ ਨਹੀਂ ਉਹ ਜਵਾਬ ਦੇ ਸਕਦਾ, ਆਪਦੇ ਘਰੇ ਬੈਠੇ। ਤੁਸੀਂ ਵੀ ਤਾਂ ਹੁਣ ਆਪਾਂ ਬੈਠਦੇ, ਮੇਰੇ ਕੋਲ ਕੁਐਸਚਨ ਕਰਦੇ ਤਾਂ ਮੈਂ ਜਵਾਬ ਦੇ ਰਿਹਾ। ਮੈਂ ਕਹਿੰਦਾ 2 ਸਾਲ ਹੋ ਗਏ ਮੈਨੂੰ ਇਸ ਸਿਸਟਮ ਦੇ ਵਿੱਚ ਸਟਰਗਲ ਕਰ ਰਹੇ ਨੂੰ। ਜੇ ਮੇਰੇ ਕੁਛ ਖਿਲਾਫ ਇਸ ਸਰਕਾਰ ਕੋਲ ਹੁੰਦਾ, ਜੇ ਕੁਛ ਵੀ, ਤੇ ਅੱਜ ਮੈਨੂੰ ਛੱਡ ਦੇ, ਬੋਲਣ ਦਾ ਮੌਕਾ ਦਿੰਦੇ, ਹਾਂ ਕ੍ਰੀਏਟ ਕਰ ਸਕਦੇ ਆ। ਅੱਗੇ ਵੀ ਮੈਂ ਕਹਿੰਦਾ ਉਹ ਕ੍ਰੀਏਟ ਕਰਨ ਲੱਗਿਆ ਜਾਂ ਤਾਂ ਇਹਨਾਂ ਨੂੰ ਡਰ ਲੱਗਦਾ ਵੀ ਪਤਾ ਨਾ ਲੱਗ ਜਾਵੇ ਕਿਤੇ, ਜਾਂ ਕਿਤੇ ਹੋਰ ਮੈਨੂੰ ਵੱਡਾ ਨਾ ਕਰ ਲਈਏ ਕਿਤੇ ਇਸ ਗਲਤ ਹੈ। ਇਹਦਾ ਅਦਰਵਾਈਜ਼ ਜਿਹੜਾ ਹੈਗਾ ਇਲਜ਼ਾਮ ਜਿਹੜੇ ਹੈਗੇ ਜੇ ਲੱਗੇ ਆ ਤਾਂ ਉਹਨਾਂ ਦਾ ਜਵਾਬ ਜਿਹੜਾ ਹੈਗਾ, ਜਾਂ ਜਿਹੜੇ ਸਵਾਲ ਖੜੇ ਹੁੰਦੇ ਆ, ਉਹ ਮਤਲਬ ਹਰ ਬੰਦਾ ਜਿਹੜਾ ਪਬਲਿਕ ਸਟ੍ਰੀਮ 'ਚ ਉਹਨੂੰ ਦੇਣਾ ਬਣਦਾ, ਉਹਦਾ ਫਰਜ਼ ਬਣਦਾ। ਤੁਹਾਨੂੰ ਲੱਗਦਾ ਹੈ ਕਿ ਜਿਵੇਂ ਮੇਜਰ ਸਿੰਘ ਸੰਧੂ ਨੇ, ਅਸੀਂ SP ਅਬਰੋਏ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ ਨੇ, ਤੇ SP ਅਬਰੋਏ ਜਦੋਂ ਵੈਸੇ ਵੀ ਕੁਝ ਕਰਦੇ ਨੇ, ਮੀਡੀਆ ਦੇ ਮੁਖਾਤਿਬ ਹੁੰਦੇ ਨੇ, ਤਾਂ ਹੁਣ ਵੀ ਸੋਸ਼ਲ ਮੀਡੀਆ ਰਾਹੀਂ ਜਵਾਬ ਦੇ ਸਕਦੇ ਨੇ? ਬਿਲਕੁਲ ਠੀਕ ਹੈ ਜੀ। ਉਹ ਤਾਂ ਬਹੁਤ ਵੱਡੇ ਸਮਾਜ ਸੇਵੀ ਨੇ। ਮੈਂ ਤਾਂ ਸਮਝਦਾ ਕਿ ਸਾਨੂੰ ਤਾਂ ਉਹਨਾਂ ਲੋਕਾਂ ਤੋਂ ਮਤਲਬ ਬਹੁਤ ਪੰਜਾਬ ਨੂੰ ਮਤਲਬ ਇਹੋ ਜਿਹੇ ਲੋਕਾਂ ਦੀ ਲੋੜ ਆਉਣ ਵਾਲੇ ਸਮੇਂ ਵਿੱਚ, ਜੇ ਉਹ ਠੀਕ ਕੰਮ ਕਰਦੇ ਹੋਣ ਤਾਂ। ਤੇ ਜੇ ਹੁਣ ਜਿਸ ਤਰ੍ਹਾਂ ਦੀ ਉਹ ਗੱਲ ਕਰ ਰਿਹਾ, ਜੇ ਇਸ ਤਰ੍ਹਾਂ ਦੀ ਹਾਲਾਤ ਹੈਗੇ ਸਾਹਮਣੇ,
ਤੇ ਫਿਰ ਪੰਜਾਬ ਦੇ ਲੋਕਾਂ ਨੂੰ ਫਿਰ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਪੱਲੇ ਨਹੀਂ ਪਊਗਾ। ਪੋਲੀਟੀਕਲ ਬੰਦਿਆਂ ਦਾ ਹਾਲ ਤਾਂ ਆਪਾਂ ਵੇਖ ਲਿਆ। ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਵੀ ਜੇ ਲੋਕ ਜਿਹੜੇ ਸਾਫ਼ ਕਿਰਦਾਰ ਵਾਲੇ ਜੇ ਨਾ ਆ ਸਕੇ ਤੇ ਫਿਰ ਇਹ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੀ ਕਹੂੰਗਾ ਮੈਂ। ਤੇ ਮੈਂ ਤਾਂ ਸਮਝਦਾ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ, ਇਹ ਗੱਲ ਸ਼ਾਇਦ ਝੂਠ ਹੋਵੇ ਤੇ ਉਹ ਆਪਣਾ ਜਵਾਬ ਦੇਣ ਆ ਕੇ ਤੇ ਆਪਣੀ ਗੱਲ ਦੱਸਣ। ਜੇ ਉਹ ਗੱਲ ਨਹੀਂ ਹੈਗੀ ਤਾਂ, ਜੇ ਹੈਗੀ ਹੈ ਤਾਂ ਫਿਰ ਜੇ ਚੁੱਪ ਰਹਿਣਾ ਤਾਂ ਫਿਰ ਮੰਨਣਾ ਹੀ ਹੁੰਦਾ। ਜੇ ਚੁੱਪ ਰਹਿਣਗੇ ਤਾਂ ਫਿਰ ਇਹੀ ਸਮਝਿਆ ਜਾਊਗਾ ਕਿ ਇਹ ਠੀਕ ਸੀ ਜੋ ਉਹਨੇ ਇਲਜ਼ਾਮ ਲਗਾਏ। ਸਰ, ਤੁਹਾਨੂੰ ਪੁਲਿਸ ਡਿਪਾਰਟਮੈਂਟ ਦੇ ਕਈ ਅੰਦਰਲੀਆਂ ਗੱਲਾਂ, ਕਈ ਅੰਦਰਲੇ ਰਾਜ਼ ਪਤਾ ਹੋਣਗੇ। ਅਸੀਂ ਜ਼ਿਆਦਾ ਤਾਂ ਨਹੀਂ ਪੁੱਛਾਂਗੇ, ਪਰ ਇੱਕ ਸਵਾਲ ਕਈ ਵਾਰ ਹੁਣ ਬੀਤੇ ਕੁਝ ਸਮੇਂ ਤੋਂ ਸਾਹਮਣੇ ਆ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਇਸ਼ੂ ਉੱਠਿਆ ਜੀ, ਤੇ ਕਹਿੰਦੇ ਇੱਕ ਡੀਐਸਪੀ ਦੇ ਬੇਟੇ ਦਾ ਨਾਮ ਵਿੱਚ ਆਇਆ, ਜਿਸ ਕਰਕੇ ਪੁਲਿਸ ਇਸ ਮਾਮਲੇ ਨੂੰ ਦਬਾ ਰਹੀ ਹੈ। ਕਈ ਵਾਰ ਸਵਾਲ ਇਹ ਵੀ ਉੱਠਿਆ ਹੈ ਕਿ ਸਿੱਧੂ ਮੂਸੇਵਾਲਾ ਪੁਲਿਸ ਵਾਲਿਆਂ ਦਾ ਜਾਂ ਪੁਲਿਸ ਡਿਪਾਰਟਮੈਂਟ ਦਾ ਐਂਬੈਸਡਰ ਹੈ, ਜਿਸ ਕਰਕੇ ਕਿ ਪੁਲਿਸ ਉਸ ਤੋਂ ਕੇਕ ਵੀ ਕਟਵਾਉਂਦੀ ਹੈ, ਗਾਣਾ ਵੀ ਗਵਾਉਂਦੀ ਹੈ, ਪਰ ਉਸ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੀ। ਦੇਖੋ ਜੀ, ਮੈਂ ਜਿਹੜੀ ਤੁਸੀਂ ਕੁਐਸਚਨ ਕੀਤਾ ਉਹਦੇ ਨਾਲ ਡਿਫਰੈਂਟ ਜਵਾਬ ਦੇਵਾਂਗਾ ਜੀ, ਕਿਉਂਕਿ ਉਹ ਚੀਜ਼ਾਂ ਤਾਂ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਹੈ। ਜੋ ਵੀ ਹੈਗਾ ਜੀ। ਉਹਦੇ 'ਚ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ। ਜੀ। ਮੈਂ ਵਿੱਚੋਂ ਆਪਣੇ ਤੌਰ ਤੇ ਕੋਈ ਬਿਆਨ ਦੇਵਾਂ। ਲੋਕ ਅੰਨੇ ਨਹੀਂ ਹੈਗੇ, ਲੋਕ ਬੋਲੇ ਨਹੀਂ ਹੈਗੇ, ਲੋਕਾਂ ਨੂੰ ਦਿਖਾਈ ਦਿੰਦਾ ਸਭ ਕੁਝ। ਉਹਦੇ ਬਾਰੇ ਕੋਈ ਉਹ ਨਹੀਂ ਹੈਗੀ, ਪਰ ਮੈਨੂੰ ਜੋ ਮੇਰੀ ਇਨਫੋਰਮੇਸ਼ਨ ਹੈਗੀ ਹੈ ਉਹਦੇ 'ਚ ਮੈਨੂੰ ਇਹ ਜਿਹੜਾ ਮੁੰਡਾ ਮੂਸੇਵਾਲਾ ਹੈ, ਯੰਗ ਬੋਏ ਬੱਚਾ ਹੈ, ਬਹੁਤੀ ਇਹਦੀ ਉਮਰ ਨਹੀਂ ਹੈਗੀ, ਇਹਦੇ ਬਾਰੇ ਇਹ ਪਤਾ ਲੱਗਿਆ ਕਿ ਇਹ ਬੰਦਾ ਵੀ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਉਹ ਸਾਜ਼ਿਸ਼ ਇਹ ਹੈ ਕਿ ਇਹਦੇ ਨਾਮ ਤੇ ਮਤਲਬ ਬਹੁਤ ਵੱਡਾ ਇੱਕ ਯੂਥ ਦਾ ਜਾਂ ਸਿਸਟਮ ਦਾ ਜਾਂ ਜਿਹੜਾ ਚੱਲਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਲੱਖਾਂ ਕਰੋੜਾਂ ਬੰਦੇ ਜਿਹੜੇ ਕਿਸੇ ਮਗਰ ਖੜਦੇ ਆ ਤਾਂ ਉਹ ਬੰਦੇ ਦੀ ਬੜੀ ਵੱਡੀ ਅਹਿਮੀਅਤ ਬਣ ਜਾਂਦੀ ਹੈ। ਤਾਂ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਸਮੇਂ ਦੀਆਂ ਇਹਨਾਂ ਚੀਜ਼ਾਂ ਨੂੰ ਕੈਸ਼ ਕਰਦੀਆਂ ਹੋਰ ਲੋਕਾਂ ਦੇ ਥਰੂ ਵੀ। ਪਰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਇਹ ਆਈ ਹੈ ਕਿ ਇਸ ਬੰਦੇ ਨੂੰ ਮਤਲਬ ਇਹ ਕੇਸਾਂ ਦੇ ਵਿੱਚ ਇਸ ਕਰਕੇ ਹੀ ਉਲਝਾਇਆ ਗਿਆ ਕਿ ਇਹਨੂੰ ਵਰਤਿਆ ਜਾਵੇ। ਔਰ ਕਿਵੇਂ ਵਰਤਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਕਿਸੇ ਕੰਮ ਆਵੇ, ਕਿਸੇ ਇਲੈਕਸ਼ਨ ਦੇ ਵਿੱਚ ਕੰਮ ਆਵੇ, ਜਾਂ ਉਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਇਸ ਕਰੋਨਾ ਦੇ ਪੀਰੀਅਡ ਵਿੱਚ 2 ਵਾਰ ਇਸ ਨੂੰ ਜਿਹੜਾ ਸਿਸਵਾ ਫਾਰਮ ਹੈ ਸਿਰਾਗੜੀ ਵਾਲਾ, ਉੱਥੇ ਬੁਲਾਇਆ ਗਿਆ। ਉੱਥੇ ਇਹਨੂੰ ਲੈ ਕੇ ਗਈ, ਸਾਡੀ ਪੁਲਿਸ ਲੈ ਕੇ ਗਈ ਹੈ ਉੱਥੇ। ਮਾਨਯੋਗ ਕੈਪਟਨ ਸਾਹਿਬ ਨੇ ਐਂਟਰਟੇਨ ਵੀ, ਗਾਣੇ ਵੀ ਸੁਣੇ ਇਹਦੇ, ਠੀਕ ਹੈ। ਇਹਨੂੰ ਦੱਸਿਆ ਵੀ ਗਿਆ ਵੀ ਆ ਜਿਹੜਾ ਤੇਰੇ ਦੇ ਖਿਲਾਫ ਹੈ ਇਹਦਾ ਹੱਲ ਜਿਹੜਾ ਹੈਗਾ ਇਹਦਾ ਆ ਹੈ। ਤੇ ਮਤਲਬ ਮੇਰੀ ਜਾਣਕਾਰੀ ਮੁਤਾਬਕ ਜਿਹੜੇ ਸਾਡੇ ਵਿਦੇਸ਼ੀ ਮਹਿਮਾਨ ਇੱਥੇ ਰਹਿ ਰਹੇ ਆ ਉਹਨਾਂ ਦੇ ਬੜੇ ਵੱਡੇ ਇੰਟਰਸਟ ਹੈ ਦੁਬਈ ਦੇ ਸ਼ੋਆਂ ਦੇ ਨਾਲ ਜੁੜੇ ਹੋਏ। ਤੇ ਜਿਹੜਾ ਮੂਸੇਵਾਲਾ ਇਹਦੇ ਕੋਲੋਂ ਸ਼ੋਅ ਵੀ ਫ੍ਰੀ ਵਿੱਚ ਕੀਤੇ ਜਾਂ ਕਰਵਾਏ ਜਾ ਰਹੇ ਆ। ਤੇ ਹੋਰ ਵੀ ਇਹਦੇ ਕੋਲੋਂ ਜਿਸ ਤਰ੍ਹਾਂ ਦੇ ਮਤਲਬ ਜਿੰਨੀ ਇਹਦੇ ਕੋਲ ਕਮਾਈ ਆ, ਮਤਲਬ ਉਹਦੇ ਜਿਹੜੇ ਹਿੱਸੇ ਜਿਹੜੇ ਹੈਗੇ ਆ ਇਹਨੂੰ ਉੱਥੇ ਭਰਨੇ ਪੈ ਰਹੇ ਆ। ਇਹ ਬਿਲਕੁਲ ਮੈਂ ਬਿਨਾਂ ਤੱਥਾਂ ਤੋਂ ਨਹੀਂ ਬੋਲ ਰਿਹਾ। ਜੇ ਕੋਈ ਇਸ ਗੱਲ ਨੂੰ ਚੈਲੰਜ ਕਰੂਗਾ ਤਾਂ ਫਿਰ ਮੈਂ ਸਬੂਤ ਵੀ ਸਾਹਮਣੇ ਰੱਖੂਗਾ। ਸਰ, ਮਤਲਬ ਤੁਸੀਂ ਇਸ ਗੱਲ ਨੂੰ ਪੁਸ਼ਟੀ ਕਰ ਦਿਓ ਵੀ ਜਿਹੜਾ ਫਾਰਮ ਹਾਊਸ ਹੈ ਸਿਸਵਾ ਕੈਪਟਨ ਸਾਹਿਬ ਦਾ, ਉੱਥੇ 2 ਵਾਰ ਗਿਆ ਸਿੱਧੂ ਮੂਸੇਵਾਲਾ? ਬਿਲਕੁਲ ਗਿਆ ਜੀ, ਬਿਲਕੁਲ ਗਿਆ। ਤੇ ਉਹ ਹੋ ਸਕਦਾ ਉਹ ਮਜਬੂਰੀ ਵਿਚਾਰਾ ਨਾ ਹੁਣ ਬੋਲ ਸਕੇ, ਪਰ ਉਹਦੀ ਅੰਤਰਾਤਮਾ ਤਾਂ ਸਮਝਦੀ ਹੋਊਗੀ ਵੀ ਇੱਕ ਬੰਦਾ ਉਹਦੇ ਹੱਕ ਵਿੱਚ ਸੱਚੀ ਗੱਲ ਕਰ ਰਿਹਾ। ਉਹੀ ਬੱਚਾ ਜਿਹੜਾ ਅੱਜ ਇੱਕ ਮਤਲਬ ਅਸਲੇ ਦੇ ਨਾਮ ਤੇ ਉਹ ਬਦਨਾਮ ਹੋ ਗਿਆ ਜਾਂ ਕਰ ਦਿੱਤਾ ਜਾ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਖਰਾਬ ਕਰ ਰਿਹਾ, ਕਿਉਂ ਕਰੂਗਾ ਉਹ? ਠੀਕ ਹੈ, ਚੰਗੇ ਪਰਿਵਾਰ ਦਾ ਬੱਚਾ, ਉਹਦੇ ਮਾਂ-ਬਾਪ ਨੇ ਸਿਰ ਦੇ ਉੱਤੇ, ਉਹ ਕੱਲ ਨੂੰ ਕੋਈ ਚੰਗੇ ਗਾਣੇ ਵੀ ਗਾ ਕੇ ਪੰਜਾਬ ਦੇ ਯੂਥ ਨੂੰ ਨਵੀਂ ਸੇਧ ਦੇ ਸਕਦਾ। ਜੇ ਮਤਲਬ ਹੁਣ ਇਹ ਗੱਲ ਹੋਏਗੀ ਤੇ ਉਹ ਕਨਵਰਟ ਹੋਣ ਵਾਸਤੇ ਕੀ ਦਿੱਕਤ ਹੈਗੀ ਹੈ? ਉਹ ਕਿਹੜਾ ਕੋਈ ਮਤਲਬ ਓਲਡ ਕੇਸ ਹੋ ਗਿਆ? ਉਹ ਯੰਗ ਹੈ, ਅੱਜ ਵੀ ਸਾਰੀ ਉਹਦੇ ਨਾਲ ਆਡੀਅנס ਜੁੜੀ ਹੋਈ ਹੈ। ਉਹ ਇੱਕ ਗੱਲ ਕਰਕੇ ਪੁਰਾਣੀ ਨੂੰ ਨਿਬੇੜ ਕੇ ਗਾਂ ਤੁਰਦਾ ਤੇ ਉਹਦੀ ਸਾਰੀ ਗੱਲ ਖਤਮ ਹੋ ਜਾਣੀ ਹੈ। ਤਾਂ ਪਰ ਮੈਂ ਤੁਹਾਡੇ ਥਰੂ ਇਹ ਅਪੀਲ ਵੀ ਕਰੂੰਗਾ ਕਿ ਉਸ ਬੰਦੇ ਨੂੰ ਮਤਲਬ ਡਰਨਾ ਨਹੀਂ ਚਾਹੀਦਾ ਇਸ ਸਿਸਟਮ ਦੇ ਤੋਂ। ਇਹ ਕੁਛ ਨਹੀਂ, ਇਹ ਥੋਥਲੇ ਲੋਕ ਨੇ, ਇਹ ਉਹਨੂੰ ਹਰ ਤਰੀਕੇ ਨਾਲ ਬਲੈਕਮੇਲ ਕਰਕੇ ਜਿਹੜਾ ਇਹ ਕਰ ਰਹੇ ਆ, ਇਹ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ। ਪਰ ਉਹ ਡਰਦਾ, ਉਹ ਵੀ ਆਵਾਜ਼ ਨਹੀਂ ਉਠਾ ਰਿਹਾ। ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਕੁਝ ਲੋਕ ਡਰਦੇ ਹੋਏ, ਜਿਵੇਂ ਸਾਡਾ ਮਹਿਕਮਾ ਨਹੀਂ ਬੋਲ ਰਿਹਾ। ਇਹ ਸਭ ਕੁਝ ਇਹਨਾਂ ਨੇ ਮਤਲਬ ਇਹਨਾਂ ਨੂੰ ਮਤਲਬ ਪ੍ਰੈਸ਼ਰ ਪਾ ਕੇ ਬਲੈਕਮੇਲ ਕਰਕੇ ਇਹ ਚੀਜ਼ਾਂ ਯੂਜ਼ ਕੀਤਾ ਜਾ ਰਿਹਾ ਉਸ ਬੰਦੇ। ਤੇ ਸਰ, ਤੁਸੀਂ ਇੱਕ ਵਿਦੇਸ਼ੀ ਮਹਿਮਾਨਾਂ ਦੀ ਗੱਲ ਕੀਤੀ ਹੈ। ਦੁੱਲੋਂ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਇੱਕ ਰੂਟ ਦੇ ਰਾਹੀਂ ਦੁਬਈ ਜਾਂ ਫਿਰ ਪਾਕਿਸਤਾਨ ਜਾ ਰਿਹਾ ਹੈ। ਦੇਖੋ ਜੀ, ਇਹਦੇ ਬਾਰੇ ਤਾਂ ਸਾਰੇ ਹੀ ਕਹੀ ਜਾਂਦੇ। ਦੁੱਲੋ ਸਾਹਿਬ ਨੇ ਕਹਿੰਦਾ ਤੇ ਮੈਂ ਉਹਨੂੰ ਦੁਹਰਾ ਕੇ ਕੀ ਲੈਣਾ ਹੈ। ਇਹ ਗੱਲਾਂ ਵੀ ਸਭ ਨੂੰ ਦਿਖਾਈ ਦੇ ਰਹੀਆਂ। ਪੰਜਾਬ ਦੀ ਐਡਮਿਨਿਸਟ੍ਰੇਸ਼ਨ ਕਿੱਥੋਂ ਚੱਲਦੀ ਹੈ, ਕਿੱਥੇ ਕਿੱਥੇ ਪਾਵਰ ਹਾਊਸ ਨੇ, ਮੈਂ ਪਹਿਲਾਂ ਵੀ ਦੱਸ ਚੁੱਕਿਆ। ਕਿੱਥੇ ਕਿੱਥੇ ਨੇ ਪਾਵਰ ਹਾਊਸ? ਚਲੋ ਆਪਾਂ ਜਿਹਦੀ ਗੱਲ ਕਰ ਰਹੇ ਹਾਂ ਇਹਦੇ ਦੀ ਕਰ ਲਈਏ, ਠੀਕ ਹੈ, ਇਸੇ ਦੀ ਕਰ ਲਈਏ। ਮੈਂ ਅੱਗੇ ਵਾਰ-ਵਾਰ ਗਣਾਉਣਾ, ਉਹ ਰੈਪੂਟੇਸ਼ਨ ਹੁੰਦੀ, ਉਹਦੀ ਕੋਈ ਗੱਲ ਨਹੀਂ ਹੁੰਦੀ। ਵੀ ਜੋ ਸਾਰੀ ਮੇਨ ਜਿਹੜਾ ਸਿਸਟਮ ਹੈ ਇੱਥੋਂ ਹੀ ਚੱਲ ਰਿਹਾ। ਪਿੱਛੇ ਜੇ ਇੱਕ ਅਸਤੀਫਾ ਆਇਆ ਸੀਗਾ, ਉਹ ਪਹਿਲੀ ਵਾਰੀ ਪਤਾ ਲੱਗਿਆ ਸੀ ਵੀ ਕੋਈ ਮਿਸਿਸ ਜਿਹੜੇ ਹੈਗੇ ਆ ਅਤੁਲ ਨੰਦਾ ਜਿਹੜੇ ਹੈ ਏਜੀ ਹੈਗੇ, ਉਹਨਾਂ ਦੀ ਵਾਈਫ ਨੇ, ਉਹ ਵੀ ਮਤਲਬ ਇਸ ਤਰ੍ਹਾਂ ਐਡੀਸ਼ਨਲ ਜਿਹੜੇ ਹੈਗੇ ਆ ਏਜੀ ਨੇ, ਉਹ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ। ਹੁਣ ਉਹ ਕੁਛ ਚੀਜ਼ਾਂ ਦਾ ਪਤਾ ਲੱਗ ਰਿਹਾ ਸੀ ਕਿ ਉਹ ਕਹਿੰਦੇ ਵੀ ਜੋ ਇਨਫੋਰਮੇਸ਼ਨ ਹੈ ਵੀ ਉਹ ਲੇਡੀ ਜਿਹੜੀ ਬੜੀ ਚੰਗੀ ਔਰਤ ਹੈ, ਤੇ ਉਹਦੇ ਤੋਂ ਜਿਹੜੇ ਫੈਸਲੇ ਕਰਵਾਏ ਜਾ ਰਹੇ ਆ ਉਹ ਜਿਹੜੇ ਹੈਗੇ ਆ ਉਹਨਾਂ ਤੋਂ ਉਹ ਤਕਲੀਫ ਮੰਨ ਕੇ ਉਹਨੇ ਰਿਜ਼ਾਈਨ ਕੀਤਾ। ਤੇ ਪਰ ਉਹਦਾ ਰਿਜ਼ਾਈਨ ਐਕਸੈਪਟ ਨਹੀਂ ਕੀਤਾ ਜਾ ਰਿਹਾ। ਤਾਂ ਅਸੀਂ ਪੰਜਾਬੀ ਅੱਜ ਦੀ ਡੇਟ ਵਿੱਚ ਤਾਂ ਬਸ ਇਹੀ ਮਾਣ ਕਰ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਇੱਕ ਪ੍ਰਾਪਤੀ ਹੈ ਕਿ ਅਸੀਂ ਪੰਜਾਬੀ ਕਹਿ ਸਕਦੇ ਹਾਂ ਕਿ ਸਾਡੇ ਨਾਨਕੇ ਪਾਕਿਸਤਾਨ 'ਚ ਵੀ ਅੱਜ ਕੱਲ੍ਹ। ਤੇ ਹੋਰ ਤਾਂ ਬਾਕੀ ਜਿਹੜਾ ਹੈਗਾ, ਜੇ ਦਾਜ ਦੀ ਗੱਲ ਕਰੀਏ ਤਾਂ ਪੰਜਾਬ ਲੁੱਟ ਕੇ ਹੀ ਉਧਰ ਨੂੰ ਜਾ ਰਿਹਾ, ਦੁਬਈ ਨੂੰ ਜਾਂ ਕਿਸੇ ਹੋਰ ਪਾਸੇ ਨੂੰ। ਆਇਆ ਤਾਂ ਕੁਝ ਨਹੀਂ ਹੈਗਾ। ਇਸ ਤੋਂ ਬਾਅਦ ਮੈਂ ਹੁਣ ਹੋਰ ਕੀ ਕਹਾਂ? ਮਹਿਮਾਨ ਆ ਗਏ ਨਾ, ਬੜੇ ਮਹਿੰਗੇ ਹੈ, ਠੀਕ ਹੈ, ਪੰਜਾਬ ਵਾਸਤੇ ਬਹੁਤ ਮਹਿੰਗੇ ਸਾਬਤ ਹੋਏ ਹੈ ਹੁਣ ਤੱਕ। ਤੇ ਸਰ, ਮੇਰਾ ਆਖਰੀ ਸਵਾਲ, ਤੁਸੀਂ
ਕੀ ਸੁਨੇਹਾ ਦੇਣਾ ਚਾਹੋਗੇ ਪੰਜਾਬੀਆਂ ਨੂੰ? ਹਾਲਾਂਕਿ ਤੁਸੀਂ ਪਹਿਲਾਂ ਵੀ ਤੁਸੀਂ ਕਿਹਾ ਮੈਂ ਸ਼ੁਰੂਆਤ ਤੇ ਅਖੀਰ ਦੇ ਵਿੱਚ ਜ਼ਰੂਰ ਸੁਨੇਹਾ ਦਿੱਤਾ ਹੈ ਤੇ ਦਿਆਂਗਾ ਵੀ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹੇ ਤਾਂ ਮੇਰੇ ਉਹੀ ਨੇ ਜੀ, ਦੋ ਪਹਿਲਾਂ ਵਾਲੇ, ਕਿ ਇੱਕ ਆਮ ਆਦਮੀ ਜਿਹੜਾ ਹੈਗਾ ਉਹ ਆਮ ਪੰਜਾਬੀ ਬਣੇ, ਪਾਰਟੀਬਾਜ਼ੀ ਤੋਂ ਉੱਪਰ ਉੱਠੇ। ਇਹ ਜਿਹੜੇ ਵਰਕਰ ਸਾਹਿਬਾਨ ਨੇ, ਜਿਹੜੇ ਮਿਡੋਕਰ ਨੇ, ਜਿਹੜੇ ਮਤਲਬ ਇੱਕ ਕੜੀ ਦਾ ਕੰਮ ਕਰਦੇ ਆ ਉੱਪਰ ਪੋਲੀਟੀਕਲ ਪਾਰਟੀਆਂ ਦੇ ਵਿੱਚ, ਆਮ ਲੋਕਾਂ ਵਿੱਚ, ਇਹ ਜਾਗਣ, ਇਹ ਆਪਣੀ ਜ਼ਮੀਰ ਦੀ ਆਵਾਜ਼ 'ਤੇ ਚੱਲਣ। ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਲੋਕਾਂ ਦਾ ਚੰਗਾ ਹੋਵੇ। ਤੇ ਬਾਕੀ ਮੈਂ ਮਤਲਬ ਕੋਈ ਨਾ ਤਾਂ ਪੋਲੀਟੀਕਲ ਹੈਗਾ, ਨਾ ਹੀ ਮੈਂ ਕੋਈ ਸੋਸ਼ਲ ਆਦਮੀ ਹੈਗਾ ਸੀ। ਮੈਂ ਇੱਕ ਅਪੀਲ ਇਕੱਲੇ ਮੂਸੇਵਾਲੇ ਦੀ ਗੱਲ ਨਹੀਂ ਕਰਨੀ ਚਾਹੁੰਦਾ। ਮੈਂ ਜਿੰਨੇ ਵੀ ਕਲਾਕਾਰ ਹੈ ਸਾਡੇ ਪੰਜਾਬ ਦੇ ਵਿੱਚ, ਬੜੇ ਅੱਛੇ ਗਾਇਕ ਕਲਾਕਾਰ ਨੇ, ਫਿਲਮਾਂ ਦੇ ਵਿੱਚ ਕੰਮ ਕਰ ਰਹੇ ਲੋਕ ਨੇ ਸਾਡੇ ਆਪਣੇ ਹੀ। ਮੈਂ ਜਿਸ ਪਿੰਡ ਨੂੰ ਬਿਲੋਂਗ ਕਰਦਾ, ਗੁੱਗੂ ਗਿੱਲ ਜੀ ਦਾ ਬਹੁਤ ਵੱਡਾ ਨਾਮ ਹੈ, ਠੀਕ ਹੈ। ਇਹੋ ਜਿਹੇ ਲੋਕ ਜਿਹੜੇ ਹੈਗੇ ਆ, ਯੋਗਰਾਜ ਸਿੰਘ ਜੀ ਹੈਗੇ ਆ, ਇਹ ਲੋਕ ਜੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਵਾਸਤੇ ਉੱਠਣ ਤਾਂ ਇਹ ਨਹੀਂ ਹੋ ਸਕਦਾ ਕਿ ਪੰਜਾਬ ਨੂੰ। ਮੇਰੇ ਤਾਂ ਬਲਵਿੰਦਰ ਸੇਖੋਂ ਤਾਂ ਇੱਕ ਛੋਟੀ ਜਿਹੀ ਆਵਾਜ਼ ਹੈ, ਛੋਟਾ ਜਿਹਾ ਮੂੰਹ ਹੈ, ਇੱਕ ਪੁਲਿਸ ਅਫਸਰ ਬਦਨਾਮ ਮਹਿਕਮੇ ਨੂੰ ਬਿਲੋਂਗ ਕਰਦਾ ਆਦਮੀ ਮੈਂ। ਅਤੇ ਜੇ ਇਹ ਲੋਕ ਜਿਨ੍ਹਾਂ ਦੇ ਪਿੱਛੇ ਇੰਨੀਆਂ TRPਆਂ ਜਾਂ ਜਿਨ੍ਹਾਂ ਦੇ ਲੱਖਾਂ ਫੋਲੋਅਰ ਹੈ, ਜੇ ਇਹ ਗੱਲਾਂ ਕਰਨ ਲੱਗ ਜਾਣ ਤੇ ਫਿਰ ਮੇਰੇ ਵਰਗੇ ਬੰਦੇ ਨੂੰ ਤਾਂ ਲੋੜ ਹੀ ਨਹੀਂ। ਮੈਂ ਤਾਂ ਦੀਵਾ ਹੀ ਇਕੱਲਾ ਬਣ ਜਾਵਾਂ ਕਾਫੀ ਹੈ। ਇਹ ਏਡੇ ਏਡੇ ਲੋਕ ਪਹਿਲਾਂ ਹੀ ਥੰਮ ਬੈਠੇ ਹੈ। ਜੇ ਇਹ ਜਾਗ ਪੈਣ, ਪੰਜਾਬ ਦੇ ਲੋਕਾਂ ਨੂੰ ਜਗਾਉਣਾ ਕੋਈ ਬਹੁਤ ਵੱਡਾ ਕੰਮ ਨਹੀਂ ਹੈ। ਬਾਕੀ ਮੈਨੂੰ ਜਿੰਨੀ ਕਿ ਮੈਂ ਆਪਣੀ ਜਾਣਕਾਰੀ ਮੁਤਾਬਕ ਮੇਰੇ ਉਹ ਫਰੈਂਡਸ਼ਿਪ ਤੇ ਜਿਹੜੇ ਹੁੰਦੇ ਆ ਫਰੈਂਡ ਉਹ ਪੂਰੇ ਹੋ ਗਏ ਆ। ਅਤੇ ਉਹ ਜਿਹੜੀ ਹੁਣ ਕੋਈ ਨਵੀਆਂ ਰਿਕੁਐਸਟ ਵਗੈਰਾ ਮੈਨੂੰ ਆ ਰਹੀਆਂ, ਉਹ ਮੈਨੂੰ ਨਹੀਂ ਪਤਾ ਵੀ ਕੀ ਸਿਸਟਮ ਹੈ। ਇੱਕ ਪੇਜ ਕ੍ਰੀਏਟ ਕੀਤਾ ਮੈਂ ਕਿਸੇ ਨੂੰ ਪੁੱਛ ਕੇ, ਅਤੇ ਉਹਦਾ ਨਾਮ ਬਲਵਿੰਦਰ ਸੇਖੋਂ ਪੇਜ ਹੈ। ਅਤੇ ਜਿਹੜੇ ਬੰਦੇ ਵੀ ਕੋਈ ਫੋਲੋ ਕਰਨਾ ਚਾਹੁੰਦੇ ਆ ਜਾਂ ਕੋਈ ਰਿਕੁਐਸਟ ਭੇਜਣ ਤਾਂ ਉਹਦੇ 'ਤੇ ਭੇਜ ਦੇਣ, ਤਾਂ ਮੈਨੂੰ ਉਹ ਮੈਸੇਜ ਆ ਜਾਊਗਾ। ਅਤੇ ਜਿਹੜੀ ਮੇਰੀ ਪਹਿਲਾਂ ID ਵਗੈਰਾ ਸੀ ਉਹ ਸ਼ਾਇਦ ਬੰਦ ਹੋ ਗਈ ਹੈ। ਤਾਂ ਮੈਂ ਇਹੀ ਅਪੀਲ ਕਰਦਾ ਕਿ ਇਹ ਚੀਜ਼ਾਂ ਜਿਵੇਂ ਜਿਵੇਂ ਮਤਲਬ ਇਹਨਾਂ ਲੋਕਾਂ ਨੂੰ ਸਟਰੈਂਥ ਮਿਲਦੀ ਹੈ, ਤਾਂ ਸ਼ਾਇਦ ਜੇ ਕੱਲ੍ਹ ਨੂੰ ਕੁਛ ਲੋਕ ਮੇਰੇ ਨਾਲ ਖੜੇ ਹੋਣਗੇ ਤਾਂ ਮੈਨੂੰ ਵੀ ਇਹ ਸਟਰੈਂਥ ਮਿਲੂਗੀ। ਪਰ ਮੈਂ ਇਸ ਤੋਂ ਬਿਨਾਂ ਵੀ ਲੜ ਰਿਹਾ ਅਤੇ ਉਸ ਦੇ ਨਾਲ ਵੀ ਲੜਦਾ ਹੀ ਰਹੂੰਗਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਇਹ ਨੇ ਬਲਵਿੰਦਰ ਸੇਖੋਂ ਫਿਲਹਾਲ ਮੁਅੱਤਲ ਨੇ, ਲੇਕਿਨ ਸਵਾਲ ਇਸ ਇੰਟਰਵਿਊ ਤੋਂ ਬਾਅਦ ਕਈ ਖੜੇ ਹੋਏ ਨੇ। ਹਾਲਾਂਕਿ ਪਹਿਲਾਂ ਵੀ ਸਵਾਲ ਬਹੁਤ ਜ਼ਿਆਦਾ ਸੀ, ਪਰ ਪੰਜਾਬੀਆਂ ਨੂੰ ਜੋ ਸੁਨੇਹਾ ਹੈ ਵੀ ਇਹ ਸਮਾਂ ਹੈ, ਕਿਉਂਕਿ ਹੁਣ 1 ਸਾਲ ਬਾਅਦ 1.5 ਸਾਲ ਬਾਅਦ ਜੋ ਇਲੈਕਸ਼ਨਸ ਆਉਣੀਆਂ ਨੇ, ਚੋਣਾਂ ਆਉਣ ਵਾਲੀਆਂ ਨੇ, ਤਾਂ ਕਿਉਂ ਨਾ ਇੱਕ ਵਾਰ ਅਸੀਂ ਸਿਆਸਤ ਤੋਂ ਉੱਤੇ ਉੱਠ ਕੇ ਪੰਜਾਬੀ ਬਣ ਕੇ ਸੋਚੀਏ, ਪੰਜਾਬ ਦੇ ਬਾਰੇ ਸੋਚੀਏ, ਤਾਂ ਜੋ ਪੰਜਾਬ ਦਾ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਕੁਝ ਸੁਧਾਰ ਹੋ ਸਕੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।